ਕੁੜੀ ਸੀ ਤੂੰ ਤਾਂ ਹੀ ਤੇ ਬਚਾ ਤੇਰਾ ਹੋਇਆ, ਨਹੀਂ ਤਾਂ ਦਿਲ ਵਿੱਚੋਂ ਕੱਢ ਤੇਰੇ ਸ਼ੱਕ ਦੇਣਾ ਸੀ। ਨੀ ਕਰ ਸ਼ੁਕਰ ਤੇਰੇ ਨਾਲ ਸਾਡਾ ਦਿਨ ਸਾਂਝਾ ਸੀ, ਜੇ ਕਿਤੇ ਵੱਟ ਸਾਂਝੀ ਹੁੰਦੀ ਤੈਨੂੰ ਦੱਸ ਦੇਣਾ ਸੀ। ਚੰਡੀਗੜ੍ਹ ਦੇ ਨੇੜੇ ਮੋਹਾਲੀ 'ਚ ਕਹਿੰਦੇ ਬਹੁਤ ਵੱਡਾ ਗੜ੍ਹ ਹੈ ਹਨਾ? ਸਾਰੇ ਜਣੇ ਮੋਹਾਲੀ ਆ ਤੇ ਕਹਿ ਲਓ ਵੀ ਸਾਡਾ ਪੰਜਾਬੀਆਂ ਦਾ ਜਿਹੜਾ ਮੋਹਾਲੀ ਆ ਉਹੀ ਚੰਡੀਗੜ੍ਹ। ਬੱਦੀਆਂ ਨਾਲ ਨੇਕੀ ਝਗੜ ਪਈ, ਖੁਦ ਨੂੰ ਇਤਿਹਾਸ ਬਣਾਵਣਗੇ, ਸਮਿਆਂ ਨੂੰ ਰੁਕਣਾ ਪੈਣਾ ਏ ਜਦ ਕਰਤੀ ਫਤਿਹ ਬੁਲਾਵਣਗੇ। ਹਮੇਸ਼ਾ ਸੰਗੀਤ ਜਿਹੜਾ ਆ ਤੁਹਾਨੂੰ ਕਿਸੇ, ਚਾਹੇ ਤੁਸੀਂ ਗਮ 'ਚ ਆ ਚਾਹੇ ਖੁਸ਼ੀ ਦੇ ਵਿੱਚ ਆ, ਹਰ ਪੱਖ ਤੋਂ ਤੁਹਾਡੀ ਇਹ ਸਪੋਰਟ ਕਰਦਾ। ਇਹ ਚੀਜ਼ਾਂ ਸੁਣ ਕੇ ਹੀ ਸਾਨੂੰ ਜਨੂੰਨ ਆਉਂਦਾ ਨਾ। ਜੇ ਹੁਣ ਅੱਜ ਸਾਨੂੰ ਪਤਾ ਹੀ ਨਾ ਹੁੰਦਾ ਵੀ ਭਗਤ ਸਿੰਘ ਨੇ ਕਿਉਂ ਕਿੱਦਾਂ ਕੀ ਕੀਤਾ ਤੇ ਸਾਡਾ ਖੂਨ ਕਿੱਦਾਂ ਖੌਲਦਾ। ਕਿਸਾਨੀ ਅੰਦੋਲਨ ਨੂੰ ਵੀ ਐਵੇਂ ਹੋਇਆ ਕਿ ਉਹਨੂੰ ਉੱਪਰ ਤੱਕ ਲਿਜਾਣ ਦੇ ਲਈ ਸੰਗੀਤ ਨੇ ਕਾਫੀ ਅੱਛਾ ਯੋਗਦਾਨ ਨਿਭਾਇਆ। ਅੱਗੇ ਅਸੀਂ ਕਿੱਡੇ ਵੱਡੇ ਕਹਾਣੀਕਾਰ, ਰਾਈਟਰ ਸਾਰਾ ਕੁਝ ਬਣੇ। ਹੁਣ ਬੱਚਾ ਕਹਿੰਦਾ ਉੱਥੋਂ +2 ਕਰਕੇ ਇੱਥੇ ਆ ਜਾਂਦਾ, ਠੀਕ ਹੈ ਜੀ, ਬਾਹਰਲੇ ਮੁਲਕ ਦੇ ਵਿੱਚ ਚਲਾ ਜਾਂਦਾ ਆਈਲੈਟਸ ਦਾ ਟੈਸਟ ਕਰਕੇ। ਉੱਥੇ ਜਾ ਕੇ ਉਹ ਕਿੰਨੀ ਮਿਹਨਤ ਕਰਦਾ, ਕਿੰਨਾ ਕੁਛ ਕਰਦਾ। ਮਸੀਂ 100 ਚੋਂ ਸ਼ਾਇਦ 1 ਜਾਂ 2% ਬੱਚੇ ਆ ਜਿਹੜੇ ਇੱਥੇ ਆ ਕੇ ਪ੍ਰੋਪਰ ਡਿਗਰੀ ਕਰਦੇ ਆ। For all the latest updates, please subscribe G Media Group and press the bell icon. ਨਿਕਲੀ ਨੀ ਤੇਰੇ ਨਾਲ ਵਿਆਹੀ ਹੋਈਆਂ ਮੈਂ ਨਿਕਲੀ ਨੀ ਤੇਰੇ ਨਾਲ ਵਿਆਹੀ। ਆਓ ਜੱਜ ਗਰੇ ਬਜ਼ਾਰੀ ਵਿਕਦੇ ਕੱਲੀ ਛੱਲੀ ਸੂਰ ਮਾਂ ਹੁੰਦਾ ਯਾਰੀ ਤੋੜ ਦੂ ਤੜਕ ਕਰਕੇ ਕਿ ਤੂੰ ਰਿਹਾ ਏ ਤਾਂ ਸ਼ੱਕ ਕਰਦਾ। ਦੋਸਤੋ, ਇੱਕ ਖੂਬਸੂਰਤ ਆਵਾਜ਼ ਬੜੀ ਛੇਤੀ ਤੁਹਾਡੇ ਲਈ ਹਾਜ਼ਰ ਹੋ ਰਹੇ ਹਾਂ। ਇਹਨਾਂ ਦੇ ਨਾਲ ਇੱਕ ਖਾਸ ਗੱਲਬਾਤ ਲੈ ਕੇ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ, ਤੇ ਕਾਫੀ ਸਾਰੇ ਦੋਸਤਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਆਵਾਜ਼ ਕਿਹੜੇ ਸਿੰਗਰ ਦੀ ਹੈ, ਤੇ ਬਹੁਤ ਛੇਤੀ ਅਸੀਂ ਤੁਹਾਡੇ ਨਾਲ ਹਾਜ਼ਰ ਹੋ ਰਹੇ ਹਾਂ ਇਸ ਆਵਾਜ਼ ਦੇ ਮਾਲਕ ਸਾਡੇ ਛੋਟੇ ਵੀਰ ਗੁਰਪ੍ਰੀਤ ਮਾਨ ਦੇ ਨਾਲ। ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ। ਜੀ ਦੋਸਤੋ, ਸੰਤ ਰਾਮ ਉਦਾਸੀ ਹੋਰਾਂ ਦੀ ਲਿਖਤ ਤੇ ਗੁਰਪ੍ਰੀਤ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ ਵੀ ਤੁਹਾਡੇ ਲਈ ਸਾਂਝਾ ਕੀਤਾ। ਉਮੀਦ ਕਰਦੇ ਹਾਂ ਕਿ ਚੰਗਾ ਲੱਗਿਆ ਹੋਣਾ। ਜਿੱਥੇ ਕਮਰਸ਼ੀਅਲ ਰੂਪ ਦੇ ਵਿੱਚ ਫੋਕ ਟੱਚ ਦੇ ਨਾਲ, ਉੱਥੇ ਨਾਲ ਦੀ ਨਾਲ ਜਿਹੜੇ ਇਸ ਤਰ੍ਹਾਂ ਦੀ ਸਮਾਜ ਦੇ ਨਾਲ ਸੰਬੰਧਿਤ, ਸਮਾਜ ਦੀਆਂ ਕੁਰੀਤੀਆਂ ਨਾਲ ਸੰਬੰਧਿਤ ਗੱਲਬਾਤ ਕਰਦਾ ਹੋਇਆ ਗੀਤਾਂ ਦੇ ਜਿਹੜੇ ਅਲੱਗ-ਅਲੱਗ ਤਰੀਕੇ ਦੇ ਨਾਲ ਗੁਰਪ੍ਰੀਤ ਮਾਨ ਹੋਰਾਂ ਨੇ ਆਪਣੇ ਵੱਲੋਂ ਕਹਿ ਲਈਏ ਕਿ ਅਲੱਗ-ਅਲੱਗ ਰੰਗ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ। ਤੇ ਅੱਜ ਵੀ ਇੱਕ ਵੱਖਰੀ ਤਰ੍ਹਾਂ ਦਾ ਰੰਗ ਸਾਂਝਾ ਕਰਨਾ, ਕਿਉਂਕਿ ਇਹਨਾਂ ਦਾ ਇੱਕ ਨਵਾਂ ਗੀਤ ਰਿਲੀਜ਼ ਹੋਇਆ, ਉਹਦੀ ਵੀ ਗੱਲ ਕਰਾਂਗੇ, ਤੇ ਨਾਲ ਇਹਨਾਂ ਦੇ ਹੁਣ ਤੱਕ ਜਿਹੜੇ 3-4-5 ਗੀਤ ਸਾਂਝੇ ਕੀਤੇ ਆਪਾਂ ਉਹਨਾਂ ਬਾਰੇ ਵੀ ਗੱਲ ਕਰਦੇ ਹਾਂ ਗੁਰਪ੍ਰੀਤ ਮਾਨ ਦੇ ਨਾਲ। ਗੁਰਪ੍ਰੀਤ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਗਿੱਲ ਸ਼ੋਅ ਦੇ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਭਾਜੀ, ਤੁਹਾਡਾ ਬਹੁਤ-ਬਹੁਤ ਜੀ ਧੰਨਵਾਦ। ਜੀ ਸਰ। ਮਾਨ ਸਾਹਿਬ, ਕਿੱਦਾਂ ਚੱਲ ਰਿਹਾ? ਬਸ ਜੀ, ਕਹਿ ਲਓ ਕਿ ਲਾਕਡਾਊਨ ਦੇ ਨਜ਼ਾਰੇ ਲੈ ਰਹੇ ਹਾਂ ਪੂਰੇ। ਚੜ੍ਹਦੀ ਕਲਾ ਵਾਲੀ ਸਪਿਰਿਟ ਚਾਹੀਦੀ ਹੈ ਜੀ। ਚੜ੍ਹਦੀ ਕਲਾ ਵਾਲੀ ਸਪਿਰਿਟ ਹੈਗੀ ਆ, ਵਿੱਚ ਹੌਸਲਾ ਥੋੜਾ ਜਿਹਾ ਹਾਰ ਜੀਦਾ ਕਈ ਵੇਲੇ, ਫੇਰ ਕਹੀਦਾ ਵੀ ਚਲੋ ਕੋਈ ਗੱਲ ਨਹੀਂ ਜ਼ਿੰਦਗੀ ਦੇ ਵਿੱਚ। ਲਾਕਡਾਊਨ ਤੋਂ ਪਹਿਲਾਂ ਜਾਂ ਇੰਡੀਆ 'ਚ ਵੀ ਸੀਗੇ ਕਿ ਜਾਂ ਇੱਥੇ ਹੀ ਉਦੋਂ ਤੋਂ? ਹਾਂਜੀ, ਮੈਂ ਚਲਾ ਗਿਆ ਸੀਗਾ ਲਾਸਟ 2020 ਦੇ ਜਨਵਰੀ ਦੇ ਵਿੱਚ ਚਲਾ ਗਿਆ, ਤੇ ਮੈਂ ਵਾਪਸ ਵੀ ਹੁਣ ਜਨਵਰੀ ਦੇ ਵਿੱਚ ਹੀ ਆਇਆ। 1 ਸਾਲ ਪੂਰਾ ਉੱਥੇ ਰਿਹਾ ਜੀ। ਹਾਂਜੀ। ਤੇ ਗਿਆ ਤਾਂ ਥੋੜੀ ਚਿਰ ਲਈ ਸੀ ਵੀ ਚਲੋ 2-3 ਮਹੀਨੇ ਲਈ ਚਲੇ ਜਾਵਾਂਗੇ, ਤੇ ਮਾਰਚ 22 ਦੀ ਵਾਪਸੀ ਸੀਗੀ, ਤੇ ਉਸੇ ਦਿਨ ਹੀ ਕਹਿ ਲਓ ਕਿ ਜਿਹੜੀਆਂ ਫਲਾਈਟ ਹੈ ਉਹ ਬੰਦ ਹੋ ਗਈਆਂ ਹਨ। ਫਿਰ ਉਸ ਤੋਂ ਬਾਅਦ ਹੌਲੀ ਨਜ਼ਾਰੇ ਲਏ, ਉੱਥੇ ਬੈਠੇ, ਘਰੇ ਖਾਧੇ ਪੀਤੇ। ਫਿਰ ਵਿੱਚ ਜੇ ਏਦਾਂ ਲੱਗਣ ਲੱਗ ਗਿਆ ਸੀ ਕਿ ਸ਼ਾਇਦ ਹਲਵਾਈ ਬਣ ਜਾਈਏ ਕਿਤੇ, ਹਨਾ। ਏਦਾਂ ਖਾਣ ਪੀਣ ਦਾ, ਬਣਾਉਣ ਦਾ ਸਮਾਨ ਆਪ ਹੀ ਕਰਤਾ ਸ਼ੁਰੂ ਹੈ? ਬੜਾ ਕੁਛ ਬਣਾ ਕੇ ਖਾਧਾ ਜੀ। ਫਿਰ ਭਾਰ ਵੱਧ ਗਏ ਸਾਡੇ, ਹਨਾ। ਫਿਰ ਜਦੋਂ ਸ਼ੂਟ ਸ਼ਾਟ ਦੁਬਾਰਾ ਕਰਨ ਦਾ ਸੋਚਿਆ, ਫਿਰ ਇੱਕ ਗਾਣਾ ਕੀਤਾ ਤੇ ਉਹਦੇ ਵਿੱਚ ਫਿਰ ਲੱਗਣ ਲੱਗ ਗਿਆ ਵੀ ਭਾਰ ਵੱਧ ਗਿਆ, ਫਿਰ ਭਾਰ ਘਟਾਉਣਾ ਪਿਆ। ਫਿਰ ਉਧਰਲੇ ਪਾਸੇ ਵੀ ਲੱਗੇ ਰਹੇ। ਉਸ ਤੋਂ ਬਾਅਦ ਫਿਰ ਕਿਸਾਨੀ ਅੰਦੋਲਨ ਜਿਹੜਾ ਉਹ ਚੱਲ ਪਿਆ, ਫਿਰ ਉਹਦੇ ਵਿੱਚ ਵੀ ਕਾਫੀ ਦੇਰ ਰਹੇ ਉੱਥੇ ਦਿੱਲੀ, ਤੇ ਫਿਰ ਮੈਂ ਜਨਵਰੀ ਦੇ ਵਿੱਚ ਵਾਪਸ ਆਇਆ ਹੈਗਾ ਹੁਣ ਜੀ। ਤੇ ਲਾਹੌਰ ਦਾ ਗੇੜਾ ਵੀ ਲੱਗਿਆ ਕਿ ਨਹੀਂ? ਨਹੀਂ, ਲਾਹੌਰ ਦਾ ਗੇੜਾ ਲੱਗਿਆ ਨਹੀਂ ਜੀ। ਲਾਹੌਰ ਦੇ ਗੇੜੇ ਦਾ ਪਲਾਨ ਤੇ ਹੈਗਾ, ਦੇਖੋ ਕਦੋਂ ਲੱਗਦਾ ਵਾ, ਸ਼ਾਇਦ ਅਗਲੇ ਸਾਲ ਲੱਗ ਜਾ ਲੱਗਦਾ। ਅੱਛਾ, ਆਜੋ ਆਪਾਂ ਲਾਉਣੇ ਗੇੜਾ ਏਦਾਂ ਹੀ। ਆਜੋ। ਬਿਲਕੁਲ ਜੀ। ਅੱਛਾ ਜੀ, ਫਿਰ ਚੰਡੀਗੜ੍ਹ ਤਾਂ ਗਏ ਹੋਵੋਗੇ ਜੇ ਲਾਹੌਰ ਨਹੀਂ ਗਏ ਤਾਂ? ਹਾਂਜੀ, ਚੰਡੀਗੜ੍ਹ ਤਾਂ ਜੀ ਚਲੋ ਰਹੀ ਚੰਡੀਗੜ੍ਹ। ਅੱਛਾ। ਕਲਾਕਾਰ ਹੋਵੇ ਤੇ ਚੰਡੀਗੜ੍ਹ ਨਾਲ ਗਿਆ ਹੋਵੇ, ਇਹ ਤਾਂ ਹੋ ਹੀ ਨਹੀਂ ਨਾ ਸਕਦਾ ਹੈਗਾ। ਹਾਂ, ਉਹ ਤੇ ਚੰਡੀਗੜ੍ਹ ਦੇ ਨੇੜੇ ਮੋਹਾਲੀ 'ਚ ਕਹਿੰਦੇ ਬਹੁਤ ਵੱਡਾ ਗੜ੍ਹ ਹੈ, ਹਨਾ?
ਅਸਲ ਦੇ ਵਿੱਚ ਹੈ ਤੇ ਮੋਹਾਲੀ ਹੈ, ਚੰਡੀਗੜ੍ਹ ਤੇ ਕੋਈ ਵੀ ਨਹੀਂ ਹੈਗਾ। ਹਾਂ, ਉਹ ਮੋਹਾਲੀ ਹੈ। ਸਾਰੇ ਜਾਣੇ ਮੋਹਾਲੀ ਆ, ਤੇ ਕਹਿ ਲਓ ਵੀ ਸਾਡਾ ਪੰਜਾਬੀਆਂ ਦਾ ਜਿਹੜਾ ਮੋਹਾਲੀ ਆ ਉਹੀ ਚੰਡੀਗੜ੍ਹ ਆ। ਬਿਲਕੁਲ ਬਿਲਕੁਲ। ਅੱਛਾ, ਜਿਹੜੀ ਇਸ ਵੇਲੇ ਜੇ ਆਪਾਂ ਮਿਊਜ਼ਿਕ ਇੰਡਸਟਰੀ ਦੀ, ਅੱਛਾ ਅਫਕੋਰਸ ਆਪਾਂ ਮੈਂ ਇਸ ਗੱਲ ਦੇ ਲਈ ਹਮੇਸ਼ਾ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਜਿੰਨਾ ਮਰਜ਼ੀ ਆਪਾਂ ਕੋਈ ਸਮਾਜ ਸੇਵਕ ਕੰਮ ਜਿਹੜਾ ਚੱਲਦਾ ਹੋਵੇ, ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਕੋਈ ਇਸ ਤਰ੍ਹਾਂ ਦੀਆਂ ਲਹਿਰਾਂ ਚੱਲਦੀਆਂ, ਉਹਦੇ ਵਿੱਚ ਜਦੋਂ ਯੂਥ ਨੂੰ ਇੰਗੇਜ ਕਰਨਾ ਹੈ ਤਾਂ ਉੱਥੇ ਖਾਸ ਤੌਰ ਦੇ ਉੱਤੇ ਜਿਹੜਾ ਫਿਲਮ ਇੰਡਸਟਰੀ ਆ, ਮਿਊਜ਼ਿਕ ਇੰਡਸਟਰੀ ਆ, ਆਪਾਂ ਇਸ ਵੇਲੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਉਹਦਾ ਇੱਕ ਬਹੁਤ ਵਧੀਆ ਰੋਲ ਰਿਹਾ। ਸੋ ਜਿਹਦੇ ਲਈ ਅਸੀਂ ਅਫਕੋਰਸ ਆਪਾਂ ਇਹ ਵੀ ਗੱਲ ਕਰਦੇ ਵੀ ਐਂਟਰਟੇਨਮੈਂਟ ਵਾਲਾ ਪੱਖ ਤਾਂ ਰਹਿੰਦਾ ਹੀ ਰਹਿੰਦਾ, ਪਰ ਲਾਮਬੰਦ ਕਰਨ ਲਈ ਜਿਵੇਂ ਯੂਥ ਨੂੰ ਇੱਕ ਤਰੀਕੇ ਦੇ ਨਾਲ ਮੈਸੇਜ ਪਹੁੰਚਦਾ ਕਰਨ ਦੇ ਲਈ ਜਿਹੜੀ ਇੰਡਸਟਰੀ ਨੇ ਬੜਾ ਵਧੀਆ ਰੋਲ ਨਿਭਾਇਆ। ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ। ਤੇ ਤੁਸੀਂ ਕੀ ਸੋਚਦੇ ਹੋ ਇਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ, ਜੇ ਕਿਸੇ ਨਾਲ ਗੱਲਬਾਤ ਹੁੰਦੀ ਹੈ ਤਾਂ? ਮਾਹੌਲ ਮੇਰੀ ਅਕਸਰ ਡੇਲੀ ਗੱਲ ਹੁੰਦੀ ਰਹਿੰਦੀ ਹੈ, ਜਿਹੜੇ ਮੇਰੇ ਨਾਲ ਉੱਥੇ ਮੇਰੇ ਸੱਜਣ ਮਿੱਤਰ ਜਿੰਨੇ ਵੀ ਹੈਗੇ ਉੱਥੇ ਨੇ, ਕਾਫੀ ਜਣੇ, ਉਹ ਬਸ ਗੱਲ ਉਹੀ ਚੱਲਦੀ ਆ ਵੀ ਇੱਕ ਜਿਹੜਾ ਹੂਤ ਹਾਤ ਵਾਲੀ ਚੱਕਰ ਹੁੰਦਾ ਨਾ, ਵੀ ਹੂਤ ਹਾਤ ਕਰਦੇ ਹੁੰਦੇ, ਉਹ ਥੋੜਾ ਘੱਟ ਹੋਇਆ ਵਾ। ਬਟ ਬਾਕੀ ਅੰਦੋਲਨ ਜਿਹੜਾ ਉਹ ਉਵੇਂ ਦਾ ਉਵੇਂ ਹੀ ਚੱਲ ਰਿਹਾ ਵਾ, ਉਵੇਂ ਹੀ ਲੋਕ ਬੈਠੇ ਆ ਉੱਥੇ, ਉਵੇਂ ਹੀ ਆਪਣੇ ਸੰਘਰਸ਼ ਲਈ, ਆਪਣੇ ਹੱਕਾਂ ਦੇ ਲਈ ਖੜੇ ਹੈਗੇ ਆ, ਹਨਾ ਜੀ। ਤੇ ਉਹਦੇ ਵਿੱਚ ਕੋਈ ਵੀ ਉਸ ਚੀਜ਼ ਦੀ ਕਮੀ ਨਹੀਂ ਆਈ ਹੈਗੀ ਵੀ ਜੇ ਆਪਾਂ ਕਹਿ ਦਈਏ ਹਾਂ ਥੋੜੇ ਲੋਕ ਘਟੇ ਹੈਗੇ ਆ, ਬਟ ਇੰਨੇ ਨਹੀਂ ਜ਼ਿਆਦਾ ਘਟ ਗਏ ਕਿ ਉਹ ਸਾਰਾ ਕੁਛ ਉੱਥੇ ਜਿਹੜਾ ਵੀ ਉਹ ਘਟ ਗਿਆ ਵਾ। ਮਸੀਂ 10-20% ਦਾ ਹੀ ਫਰਕ ਪਿਆ ਵਾ ਯੂਥ ਵੱਲੋਂ ਥੋੜਾ ਬਹੁਤਾ। ਤੇ ਕਿਉਂਕਿ ਲੋਕ ਥੋੜੇ ਬਹੁਤੇ ਆਪਣੇ ਕੰਮਾਂ ਕਾਰਾਂ ਵੱਲ ਵੀ ਆਏ, ਕਿਉਂਕਿ ਕਈਆਂ ਨੇ ਫਿਰ ਹੁਣ ਪਿੱਛੇ ਝੋਨੇ ਵੱਢਣੇ ਸੀ, ਫਿਰ ਕਣਕਾਂ ਵੀ ਕਹਿ ਲਓ ਵੀ ਚੱਕਣੀਆਂ ਸੀਗੀਆਂ, ਹਨਾ, ਝੋਨੇ ਬੀਜਣੇ ਸੀ, ਉਹ ਥੋੜਾ ਬਹੁਤਾ ਖੇਤੀਬਾੜੀ ਦੇ ਨਾਲ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਚੱਲੀ ਜਾ ਰਹੀਆਂ, ਪਰ ਬਜ਼ੁਰਗ ਉੱਥੇ ਬੈਠੇ ਆ, ਬਹੁਤ ਗਿਣਤੀ 'ਚ ਬੈਠੇ ਆ। ਅੱਛਾ, ਇਹਦੇ ਨਾਲ ਆਪਾਂ ਗੁਰਪ੍ਰੀਤ ਭਾਈ ਜਦੋਂ ਗੱਲ ਕਰੀਏ ਕਿ ਇੱਕ ਸਾਡੀ ਮਾਨਸਿਕ ਤੌਰ ਦੇ ਉੱਤੇ ਜਾਂ ਫਿਰ ਜਿਹੜੀ ਸਾਡੀ ਰੂਹ ਦੀ ਖੁਰਾਕ ਦੇ ਤੌਰ ਦੇ ਉੱਤੇ ਜਿਹੜਾ ਸੰਗੀਤ ਹੈ ਉਹ ਵੀ ਇੱਕ ਬਹੁਤ ਇੰਪੋਰਟੈਂਟ ਰੋਲ ਨਿਭਾਉਂਦਾ। ਬੇਸ਼ੱਕ ਕਈ ਵਾਰ ਆਪਾਂ ਇਸ ਗੱਲ ਦੀ ਵੀ ਚਰਚਾ ਚੱਲਦੀ ਰਹਿੰਦੀ ਹੈ ਕਿ ਇਹਦੇ ਵਿੱਚ ਜ਼ਿੰਮੇਵਾਰੀ ਇਕੱਲੀ ਇਹ ਨਹੀਂ ਹੁੰਦੀ ਕਿ ਬਸ ਸੇਧ ਦੇਣ ਲਈ ਹੈ, ਬਟ ਉਹਦੇ 'ਚ ਐਂਟਰਟੇਨਮੈਂਟ ਨੂੰ ਵੀ ਰੋਲ ਮੋਹਰੇ ਰੱਖਦੇ ਹੋਏ ਕਈ ਵਾਰ ਅਸੀਂ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਗੀਤ ਹੋ ਗਏ ਜਾਂ ਫਿਲਮਾਂ ਹੋ ਗਈਆਂ ਜਾਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਨੇ, ਉਹਨਾਂ ਨੂੰ ਦੇਖਦੇ ਵੀ ਹਾਂ, ਉਹਨਾਂ ਦੇ ਬਾਰੇ 'ਚ ਗੱਲ ਵੀ ਕਰਦੇ ਹਾਂ। ਤੁਹਾਨੂੰ ਕੀ ਲੱਗਦਾ ਹੁੰਦਾ ਕਿ ਜਿਹੜਾ ਇਹ ਆਹ ਵਾਲਾ ਮਾਹੌਲ ਇਸ ਤਰ੍ਹਾਂ ਦਾ ਹੁਣ ਚੱਲ ਰਿਹਾ, ਇਸ ਮਾਹੌਲ ਦੇ ਵਿੱਚੋਂ ਨਾਲ ਦੀ ਨਾਲ ਜਿਹੜਾ ਐਂਟਰਟੇਨਮੈਂਟ ਵਾਲਾ ਪੱਖ ਹੈ, ਖਾਸ ਤੌਰ ਦੇ ਉੱਤੇ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆਪਣੇ ਪਰਿਵਾਰ ਦੇ ਜੀ ਜਿਹੜੇ ਉਹਨਾਂ ਤੋਂ ਚਲੇ ਗਏ ਜਾਂ ਬਿਮਾਰ ਹੋ ਗਏ ਜਾਂ ਕਾਫੀ ਸਾਰੀਆਂ ਤੰਗੀਆਂ ਤਰੁੱਟੀਆਂ ਦੇ ਵਿੱਚੋਂ ਦੀ ਲੰਘਣਾ ਪਿਆ, ਉਸ ਵੇਲੇ ਤੁਹਾਨੂੰ ਕੀ ਲੱਗ ਰਿਹਾ ਕਿ ਉਹਨਾਂ ਦੇ ਮਾਨਸਿਕ ਤੌਰ ਦੇ ਉੱਤੇ ਉਸ ਮਾਹੌਲ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਉਹਨਾਂ ਨੂੰ ਥੋੜ੍ਹਾ ਜਿਹਾ ਆਪਣਾ ਇਹ ਇੱਕ ਵੱਖਰੀ ਤਰ੍ਹਾਂ ਦਾ ਰੰਗ ਜਿਹੜਾ ਉਹ ਮਾਨਣ ਦੇ ਲਈ ਆਪਣੇ ਆਪ ਨੂੰ ਜਿਵੇਂ ਪ੍ਰੈਜ਼ੈਂਟ ਕੀਤਾ ਜਾਂਦਾ ਇੰਡਸਟਰੀ ਵੱਲੋਂ, ਉਹਦੇ 'ਚ ਫਿਲਮਾਂ ਹੋ ਗਈਆਂ ਜਾਂ ਗੀਤ ਹੋ ਗਏ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਹੋ ਗਈਆਂ, ਇਸ ਵੇਲੇ ਕਿੱਥੇ ਕੁ ਇਹ ਸਾਰੀ ਇੰਡਸਟਰੀ ਕਿੱਥੇ ਕੁ ਖੜੀ ਹੈ ਇਸ ਵੇਲੇ? ਇਸ ਵੇਲੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਐਕਚੁਅਲ ਦੇ ਵਿੱਚ ਜਦੋਂ ਮੈਂ ਵੀ ਉੱਥੇ ਰਿਹਾ ਆਲਮੋਸਟ 3 ਮਹੀਨੇ ਕਿਸਾਨ ਅੰਦੋਲਨ ਦੇ ਵਿੱਚ, ਉਹਨਾਂ ਦਿਨਾਂ ਵਿੱਚ ਉੱਥੇ ਇਹੋ ਜਿਹਾ ਮਾਹੌਲ ਜਾਣੀ ਕਿ ਬਣਿਆ ਹੋਇਆ ਸੀਗਾ ਵੀ ਅਸੀਂ ਹੋਰ ਕੋਈ ਗਾਣਾ ਹੀ ਨਹੀਂ ਸੀ ਸੁਣਦੇ। ਹਾਂਜੀ, ਜੇ ਜਾਂਦੇ ਸੀ ਤਾਂ ਅਸੀਂ ਵਾਰਾਂ ਸੁਣਦੇ ਜਾਂਦੇ ਸੀ, ਹਨਾ, ਉਹੋ ਜਿਹੇ ਹੀ ਗਾਣੇ ਸੁਣੇ, ਉਹੋ ਜਿਹਾ ਹੀ ਸਾਰਾ ਕੁਝ ਸੁਣਿਆ, ਉਹੋ ਜਿਹਾ ਹੀ ਇੱਕ ਮਾਹੌਲ ਬਣਿਆ ਸੀ ਤੇ ਉਹੀ ਚੰਗਾ ਲੱਗਦਾ ਸੀ। ਜੇ ਉਹਨਾਂ ਦਿਨਾਂ ਦੇ ਵਿੱਚ ਕੋਈ ਦੂਜਾ ਗਾਣਾ ਸੁਣਦੇ ਸੀ ਨਾ, ਗੱਡੀ 'ਚ ਬੈਠ ਕੇ ਜੇ ਇੱਕ ਜਾਣੇ ਨੇ ਕਿਸੇ ਨੇ ਕੋਈ ਗਾਣਾ ਲਾ ਲਿਆ ਤੇ ਦੂਸਰਾ ਨਾਲ ਦਾ ਬੋਲਦਾ ਨਹੀਂ ਯਾਰ ਉਹ ਰਹਿਣ ਦੇ, ਤੂੰ ਉਹ ਮਹਿਲ ਸਿੰਘ ਹੋਣਾ ਦੀ ਕਵਿਸ਼ਰੀ ਲਾ ਦੇ ਜਾਂ ਦੂਜਾ ਲਾ ਦੇ, ਜਾਂ ਕਿਸਾਨੀ ਅੰਦੋਲਨ ਦੇ ਨਾਲ ਜਿੰਨੇ ਵੀ ਇਹ ਚੀਜ਼ਾਂ ਰਹੀਆਂ, ਗੀਤ ਸੰਗੀਤ ਜਿਹੜਾ ਜੁੜਿਆ ਰਿਹਾ, ਉਹਨੇ ਬੜਾ ਉਤਸ਼ਾਹਿਤ ਕੀਤਾ, ਐਨਰਜੀ ਨੂੰ ਬੂਸਟ ਕੀਤਾ। ਹਮੇਸ਼ਾ ਸੰਗੀਤ ਜਿਹੜਾ ਆ ਤੁਹਾਨੂੰ ਕਿਸੇ, ਚਾਹੇ ਤੁਸੀਂ ਗਮ 'ਚ ਆ ਚਾਹੇ ਖੁਸ਼ੀ ਦੇ ਵਿੱਚ ਆ, ਹਰ ਪੱਖ ਤੋਂ ਤੁਹਾਡੀ ਇਹ ਸਪੋਰਟ ਕਰਦਾ ਆ। ਹਾਂਜੀ, ਸੰਗੀਤ, ਹਨਾ। ਕਈ ਵੇਲੇ ਤੁਸੀਂ ਬਹੁਤ ਉਦਾਸ ਹੁੰਦੇ ਆ, ਕੁਛ ਤੁਸੀਂ ਇਹੋ ਜਿਹੀਆਂ ਚੀਜ਼ਾਂ ਸੁਣਦੇ ਹੋ, ਉਹਦੇ ਵਿੱਚ ਕੁਛ ਇਹੋ ਜਿਹੀਆਂ ਗੱਲਾਂ ਹੁੰਦੀਆਂ, ਉਹ ਤੁਹਾਨੂੰ ਉਹਨਾਂ ਚੀਜ਼ਾਂ ਚੋਂ ਕੱਢ ਕੇ ਬਾਹਰ ਲੈ ਕੇ ਆਉਂਦਾ। ਕਿਉਂਕਿ ਮੈਨੂੰ ਐਂ ਲੱਗਦਾ ਕਿ ਹਰ ਕੌਮ ਦੇ, ਹਰ ਕਹਿ ਲਓ ਕਿ ਵੀ ਧਰਮ ਦੀਆਂ ਜਿਹੜੇ ਉਹਦੇ ਲਿਖਾਰੀ ਆ, ਉਹੀ ਉਹਦੀ ਇੱਕ ਕਹਿ ਲਓ ਉਹਦੀਆਂ ਜੜ੍ਹਾਂ ਹੈਗੀਆਂ, ਹਨਾ। ਅੱਜ ਅਸੀਂ ਜਦੋਂ ਆਪਣੀਆਂ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਹਾਂ, ਪਿਛਲੀਆਂ ਨੂੰ, ਜੋ ਸਾਡੇ ਲਿਖਾਰੀਆਂ ਨੇ ਲਿਖੀਆਂ, ਪੁਰਾਣੇ ਉਹਨਾਂ ਦੇ ਐਕਸਪੀਰੀਅੰਸ ਜਾਂ ਜੋ ਅੱਜ ਤੱਕ ਹਿਸਟਰੀ ਦੇ ਵਿੱਚ ਹੋਇਆ ਵਾ, ਉਹਨਾਂ ਚੀਜ਼ਾਂ ਨੂੰ ਸੁਣ ਕੇ, ਪੜ੍ਹ ਕੇ ਸਾਡੇ ਦਿਮਾਗ ਦੇ ਵਿੱਚ ਇੱਕ ਐਨਰਜੀ ਆਉਂਦੀ, ਇੱਕ ਅਲੱਗ ਤਰ੍ਹਾਂ ਦਾ ਬੂਸਟ ਮਿਲਦਾ ਸਾਨੂੰ, ਤੇ ਸਾਨੂੰ ਪਤਾ ਲੱਗਦਾ ਕਿ ਸਾਡੇ ਨਾਲ ਕੀ ਕੀ ਹੋਇਆ, ਕਿਵੇਂ ਹੋਇਆ, ਹਨਾ, ਕਿਹੜੀਆਂ ਚੀਜ਼ਾਂ ਸਾਡੇ ਨਾਲ ਵਾਪਰੀਆਂ, ਹਨਾ, ਤੇ ਕਿੱਦਾਂ ਸਾਡੇ ਜਿਹੜੇ ਪੁਰਾਣੇ ਵੱਡ ਵਡੇਰੇ ਹੋਏ ਆ, ਉਹਨਾਂ ਨੇ ਉਹ ਕਿੱਦਾਂ ਝੱਲੀਆਂ, ਤੇ ਉਹ ਕੀ ਕੁਛ ਚੱਲਦੇ ਰਹੇ। ਜਦੋਂ ਉਹਨਾਂ ਵੱਲ ਆਪਾਂ ਦੇਖਦੇ ਵੀ ਅੱਛਾ ਉਹ ਇੰਨਾ ਕੁਛ ਉਦੋਂ ਚੱਲ ਗਿਆ ਸੀ ਯਾਰ, ਆਹ ਤੇ ਫਿਰ ਚੀਜ਼ ਹੀ ਬਹੁਤ ਛੋਟੀ ਜਿਹੀ ਆ ਸਾਡੇ ਲਈ, ਜੇ ਉਦੋਂ ਇੰਨਾ ਕੁਛ ਚੱਲ ਗਿਆ ਸੀ, ਹਨਾ। ਤੇ ਉਹ ਚੀਜ਼ਾਂ ਸਾਨੂੰ ਇਹਨਾਂ ਚੀਜ਼ਾਂ ਚੋਂ ਕੱਢ ਕੇ ਬਾਹਰ ਲੈ ਕੇ ਆਉਂਦੀਆਂ। ਕਹਾਣੀਕਾਰ ਹੋਏ, ਨਾਵਲਕਾਰ ਹੋਏ, ਸੰਗੀਤ ਦੇ ਨਾਲ ਜੁੜੇ ਜਿੰਨੇ ਵੀ ਲੋਕ ਹੈਗੇ ਆ, ਇਹ ਲੋਕਾਂ ਨੂੰ ਇਸ ਚੀਜ਼ ਦੇ ਵਿੱਚ ਬਹੁਤ ਵੱਡੀ ਹੈਲਪ ਕਰਦੇ ਆ ਕੱਢਣ ਦੇ ਲਈ, ਹਨਾ।
ਤੇ ਕਿਸਾਨੀ ਅੰਦੋਲਨ ਨੂੰ ਵੀ ਐਵੇਂ ਹੋਇਆ ਕਿ ਉਹਨੂੰ ਉੱਪਰ ਤੱਕ ਲਿਜਾਣ ਦੇ ਲਈ ਸੰਗੀਤ ਨੇ ਕਾਫੀ ਅੱਛਾ ਯੋਗਦਾਨ ਨਿਭਾਇਆ ਸਾਡੇ ਉਹਨੂੰ ਉੱਪਰ ਉਸ ਲੈਵਲ ਤੱਕ ਲਿਜਾਣ ਦੇ ਲਈ। ਮੈਂ ਸਾਡੇ ਜਿੰਨੇ ਵੀ ਸੰਗੀਤ ਦੇ ਨਾਲ ਜਿੰਨੇ ਵੀ ਕਲਾਕਾਰ ਭਰਾਵਾਂ ਨੇ ਇਹਦੇ ਵਿੱਚ ਸਾਥ ਦਿੱਤਾ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਕਿਉਂਕਿ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਆ, ਉਹ ਚੀਜ਼ ਬਹੁਤ ਨਿਕਲ ਕੇ ਅੱਜ ਅਸੀਂ ਵਰਲਡ ਲੈਵਲ ਤੇ ਇਸ ਚੀਜ਼ ਦੇ ਵਿੱਚ ਨੋਟਿਸ ਹੋ ਗਏ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਟੈਸਟ ਜਿਹੜਾ ਆ ਉਹ ਇੰਨਾ ਸ਼ਾਂਤਮਈ ਤਰੀਕੇ ਦੇ ਨਾਲ ਕੀਤਾ। ਰਾਈਟ। ਅੱਛਾ, ਇਹਦੇ ਵਿੱਚ ਕਾਫੀ ਸਾਰੇ ਕਲਾਕਾਰਾਂ ਨੂੰ ਆਪਣੇ ਥੋੜਾ ਬਹੁਤਾ ਪ੍ਰੈਸ਼ਰ ਦਾ ਵੀ ਸਾਹਮਣਾ ਕਰਨਾ ਪਿਆ, ਸਿਆਸੀ ਤੌਰ ਦੇ ਉੱਤੇ, ਰਾਜਨੀਤਿਕ ਤੌਰ ਦੇ ਉੱਤੇ। ਹਾਂਜੀ, ਉਹਦੇ ਬਾਰੇ ਚ ਕੋਈ ਤੁਹਾਡੇ ਨੋਟਿਸ 'ਚ ਕੋਈ ਗੱਲ ਪਹੁੰਚੀ ਹੋਵੇ? ਨੋਟਿਸ ਦੇ ਵਿੱਚ ਇੱਦਾਂ ਵੀ ਸਾਨੂੰ ਤਾਂ ਨਹੀਂ, ਪਰ ਕਾਫੀ ਕਲਾਕਾਰਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ, ਕਿਉਂਕਿ ਅਕਸਰ ਹੀ ਇੱਦਾਂ ਹੁੰਦਾ ਆ ਜਦੋਂ ਕੋਈ ਵੀ ਚੀਜ਼ ਕਿਸੇ ਮੁਲਕ ਦੀ ਹਕੂਮਤ ਦੇ ਖਿਲਾਫ ਹੋਏਗੀ ਹੈ ਨਾ, ਉਹ ਹਕੂਮਤ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੱਬਣ ਲਈ ਤਾਂ ਕੋਸ਼ਿਸ਼ ਕਰਦੀ ਹੈ ਨਾ ਜੀ। ਉਹ ਇਹੀ ਗੱਲ ਹੋਈ ਆ ਕਿ ਉਹ ਬਸ ਕਹਿ ਲਓ ਵੀ ਜਿਹੜੀ ਸਾਡੀ ਇੰਡੀਆ ਦੀ ਸਰਕਾਰ ਹੈਗੀ ਆ ਉਹਦੇ ਦਿਮਾਗ ਦੇ ਵਿੱਚ ਸੀਗਾ ਕਿ ਵੀ ਚਲੋ ਇਹ ਚੀਜ਼ ਜਿਹੜੀ ਹੈ ਇੰਨੀ ਉੱਭਰ ਕੇ ਨਿਕਲ ਕੇ ਆਉਂਦੀ ਪਈ ਆ ਵੀ ਇਹਨੂੰ ਠੱਲ ਪਾਉਣ ਲਈ ਕੁਛ ਨਾ ਕੁਛ ਅਸੀਂ ਐਸਾ ਕਰੀਏ ਵੀ ਇਹਨਾਂ ਨੂੰ ਡਰਾਈਏ ਜਾਂ ਕਿਸੇ ਤਰੀਕੇ ਨਾਲ ਕਰੀਏ ਹੈ ਨਾ, ਵੀ ਉਹਦੇ ਨਾਲ ਉਹ ਥੋੜ੍ਹਾ ਬਹੁਤਾ ਘਟੇ। ਪਰ ਹਰਜਿੰਦਰ ਜੀ ਤੁਹਾਨੂੰ ਵੀ ਪਤਾ ਹੀ ਆ ਵੀ ਜਦੋਂ ਇੱਕ ਵਾਰੀ ਪ੍ਰਮਾਤਮਾ ਨੇ ਜੋ ਕਰਨਾ ਵਾ ਉਹ ਤਾਂ ਇੱਕ ਵਾਰੀ ਕਰਕੇ ਹੀ ਰਹਿਣਾ ਹੈ ਨਾ। ਜੀ ਜੀ। ਤੇ ਇਹ ਤਾਂ ਸਾਡੇ ਉੱਤੇ ਏਡਾ ਵੱਡਾ ਜ਼ੁਲਮ ਆ, ਇਹਨੂੰ ਅਸੀਂ ਕਿੱਦਾਂ ਸਹਿ ਸਕਦੇ ਹਾਂ ਹੈ ਨਾ। ਬਹੁਤ ਚੀਜ਼ਾਂ ਉੱਥੇ ਜਾ ਕੇ ਸਾਨੂੰ ਪਤਾ ਲੱਗੀਆਂ ਕਿ ਕਿਵੇਂ ਬਈ ਸਾਡੇ ਨਾਲ ਕਿੱਦਾਂ ਧੱਕਾ ਹੋ ਰਿਹਾ, ਈਵਨ ਸਾਡੀ ਲੈਂਗੁਏਜ ਤੋਂ ਲੈ ਕੇ ਸਾਡੀ ਪੜ੍ਹਾਈ, ਐਜੂਕੇਸ਼ਨ ਹੈ ਨਾ। ਮੈਨੂੰ ਉੱਥੇ ਬੜੀ ਵਧੀਆ ਇੱਕ ਵਾਰੀ ਗੱਲ ਮੈਂ ਉੱਥੇ ਸੁਣੀ, ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦਾ। ਹਾਂਜੀ ਪਲੀਜ਼। ਉੱਥੇ ਨਾ ਇੱਕ ਵਕੀਲ ਸੀਗੇ ਹਾਈ ਕੋਰਟ ਦੇ, ਉਹਨਾਂ ਨੇ ਗੱਲ ਕੀਤੀ। ਉਹ ਕਹਿੰਦੇ ਵੀ ਮੈਂ ਬਹੁਤੀ ਪੁਰਾਣੀ ਗੱਲ ਨਹੀਂ ਕਰੂੰਗਾ, ਮੈਂ 20-25 ਸਾਲ ਪੁਰਾਣੀ ਗੱਲ ਕਰਦਾ ਵੀ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਜਿਹੜੇ ਲੋਕ ਸੀਗੇ, ਜਦੋਂ ਆਪਾਂ ਕਿਸੇ ਨੂੰ ਪੜ੍ਹਦੇ ਸੀ ਵੀ ਇਹ ਪੜ੍ਹਿਆ ਹੋਇਆ ਜੀ, ਅੱਛਾ ਕੀ ਕੀਤਾ ਇਹਨੇ ਜੀ, ਇਹਨੇ BA ਕੀਤੀ ਜਾਂ ਇਹਨੇ MA ਕੀਤੀ। ਸਿਰਫ ਇੱਕ ਇਹੀ ਪੜ੍ਹਾਈ ਹੁੰਦੀ ਸੀ, BA MA। ਕੋਈ ਹਜ਼ਾਰਾਂ ਚੋਂ ਇੱਕ ਡਾਕਟਰ ਬਣਦਾ ਸੀ ਜਾਂ ਕੋਈ ਇੰਜੀਨੀਅਰ ਬਣਦਾ ਸੀਗਾ ਹੈ ਨਾ। ਠੀਕ ਹੈ। ਅੱਛਾ, ਪੜ੍ਹੇ ਲਿਖੇ ਦਾ ਮਤਲਬ ਸੀ ਵੀ MA। ਲੋਕ ਆਪਣੇ ਨਾਮ ਦੇ ਪਿਛਲੇ ਪਾਸੇ MA ਲਿਖਦੇ ਹੁੰਦੇ ਸੀ ਜਿਨ੍ਹਾਂ ਨੇ MA ਕੀਤੀ ਹੁੰਦੀ ਸੀ ਹੈ ਨਾ। ਹੁਣ ਉਹ ਸਾਡੀ ਲੈਂਗੁਏਜ ਦੇ ਵਿੱਚ ਮਾਸਟਰ ਡਿਗਰੀਆਂ ਹੈਗੀਆਂ ਸੀਗੀਆਂ, ਚਾਹੇ ਉਹ ਪੰਜਾਬੀ ਦੀ MA ਹੈਗੀ ਆ, ਠੀਕ ਹੈ ਜੀ, ਤੇ ਚਾਹੇ ਉਹ ਹਿਸਟਰੀ ਦੀ MA ਹੈਗੀ ਆ, ਪੋਲੀਟੀਕਲ ਸਾਇੰਸ ਦੀ MA ਹੈਗੀ ਆ, ਜਾਂ ਹੋਰ ਵੀ ਜਿਹੜੀਆਂ ਹੈਗੀਆਂ ਸੀਗੀਆਂ ਹੈ ਨਾ ਜੀ। ਪੰਜਾਬੀ ਦੀ MA ਕਰਨ ਤੋਂ ਬਾਅਦ ਮੋਸਟਲੀ ਬੰਦਾ ਇੰਨਾ ਕੁ ਉਹਦੇ ਨਾਲ ਜੁੜ ਜਾਂਦਾ ਵੀ ਉਹ ਜਾਂ ਕਹਾਣੀਕਾਰ ਜਾਂ ਕਿਸੇ ਵੀ ਤਰ੍ਹਾਂ ਦਾ ਰਾਈਟਰ ਕੁਛ ਨਾ ਕੁਛ ਲਿਖਣ ਲੱਗ ਜਾਂਦਾ ਸੀ ਹੈ ਨਾ। ਚਾਹੇ ਉਹ ਗਾਣੇ ਲਿਖਣ ਲੱਗ ਗਿਆ, ਚਾਹੇ ਉਹ ਕੋਈ ਕਵਿਤਾਵਾਂ ਲਿਖਣ ਲੱਗ ਗਿਆ, ਚਾਹੇ ਉਹ ਕੋਈ ਫਿਲਮਾਂ ਜਾਂ ਕੁਛ ਵੀ ਇੱਦਾਂ ਦੀਆਂ ਚੀਜ਼ਾਂ ਉਹਦੇ ਦਿਮਾਗ 'ਚ ਆਉਂਦੀਆਂ ਸੀ। ਹਿਸਟਰੀ ਦੀ MA ਵਾਲੇ ਹਿਸਟਰੀ ਦੇ ਨਾਲ ਜੁੜ ਜਾਂਦੇ ਸੀ, ਪਿੱਛੇ ਤੱਕ ਉਹ ਆਪਣੇ ਬੱਚਿਆਂ ਨੂੰ ਆਲੇ ਦੁਆਲੇ ਨੂੰ ਸਾਰਿਆਂ ਨੂੰ ਦੱਸਦੇ ਸੀ ਕਿ ਸਾਡੇ ਨਾਲ ਕਿਵੇਂ ਹੋਇਆ ਤੇ ਸਾਡੀ ਹਿਸਟਰੀ ਕੀ ਹੈਗੀ ਆ ਹੈ ਨਾ। ਹੌਲੀ ਹੌਲੀ ਕਰਕੇ ਕਹਿੰਦਾ ਇਹਨਾਂ ਨੇ ਕੀ ਕੀਤਾ ਜੀ, ਕਹਿੰਦਾ IT ਦੀ ਪੜ੍ਹਾਈ ਲਿਆ ਕੇ ਉੱਥੇ ਸੁੱਟ ਦਿੱਤੀ। ਹਾਂਜੀ, ਉਹ ਲੋਕ ਸਾਰੇ ਜਿਹੜੇ ਆ ਉਹ ਇਹਦੇ ਪਾਸੇ ਵੱਲ ਨੂੰ ਹੋ ਗਏ। ਹੌਲੀ ਹੌਲੀ ਜਿਹੜੀਆਂ ਸਾਡੀਆਂ ਲੈਂਗੁਏਜ ਦੀਆਂ ਡਿਗਰੀਆਂ ਸੀਗੀਆਂ ਉਹ ਲੋਕਾਂ ਨੇ ਕਰਨੀਆਂ ਬੰਦ ਕਰ ਦਿੱਤੀਆਂ। ਹੌਲੀ ਹੌਲੀ ਅਸੀਂ ਉਹਨਾਂ ਤੋਂ ਡਿਸਕਨੈਕਟ ਹੋ ਗਏ। ਹੁਣ ਅੱਜ ਮੈਨੂੰ ਲੱਗਦਾ ਵੀ ਕੋਈ ਟਾਵਾਂ ਹੀ ਬੰਦਾ ਹੋਏਗਾ ਜਿਹੜਾ MA ਪੰਜਾਬੀ ਜਾਂ MA ਹਿਸਟਰੀ ਜਾਂ MA ਪੋਲੀਟੀਕਲ ਸਾਇੰਸ ਨੂੰ ਵਾਲੇ ਪਾਸੇ ਜਾਂਦਾ ਹੋਊਗਾ। ਸਾਰੇ ਬਸ BTech BSc IT ਇੱਧਰਲੇ ਪਾਸੇ ਨੂੰ ਸਾਰੇ ਜਾਣੇ ਹੋ ਗਏ ਹਨ। ਤੇ ਉਹ ਹੌਲੀ ਹੌਲੀ ਜਿਹੜੀ ਲੈਂਗੁਏਜ ਤੋਂ ਆਪਾਂ, ਮੈਨੂੰ ਲੱਗਦਾ ਵੀ ਇਹੀ ਚੀਜ਼ਾਂ ਹੈਗੀਆਂ ਜਿਹੜੀਆਂ ਸਾਨੂੰ ਕਿਤੇ ਨਾ ਕਿਤੇ ਸਾਡੇ ਕਹਿ ਲਓ ਵੀ ਸਾਡੀਆਂ ਜੜ੍ਹਾਂ ਦੇ ਨਾਲ ਜੋੜ ਕੇ ਰੱਖਦੀਆਂ ਸੀਗੀਆਂ ਹੈ ਨਾ ਜੀ। ਤੇ ਹੁਣ ਉਹਨਾਂ ਕਾਲਜਾਂ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ, MA ਦੇ ਵਿੱਚ ਸਟੂਡੈਂਟ ਹੀ ਬਹੁਤ ਘੱਟ ਰਹਿ ਗਏ ਆ। ਯੂਨੀਵਰਸਿਟੀਆਂ ਦੇ ਵਿੱਚੋਂ ਪੰਜਾਬੀ ਦੀਆਂ ਕਿਤਾਬਾਂ ਗਾਇਬ ਹੋ ਗਈਆਂ ਹੈ ਨਾ। ਹੌਲੀ ਹੌਲੀ ਇਹਨਾਂ ਚੀਜ਼ਾਂ ਦਾ ਸਾਡੇ ਤੇ ਕਿਵੇਂ ਅਸਰ ਹੋਇਆ ਉਹ ਚੀਜ਼ਾਂ ਦਿਖਦੀਆਂ ਪਈਆਂ। ਉਹ ਕਹਿੰਦਾ ਹੁਣ ਅੱਗੇ ਅਸੀਂ ਕਿੱਡੇ ਵੱਡੇ ਕਹਾਣੀਕਾਰ, ਰਾਈਟਰ ਸਾਰਾ ਕੁਛ ਬਣੇ, ਕਿੱਥੇ ਤੱਕ ਪਹੁੰਚੀਆਂ ਸਾਡੀਆਂ ਜਨਰੇਸ਼ਨ ਜਿਹੜੀਆਂ ਸੀ। ਹੁਣ ਕੀ ਹੋ ਗਿਆ ਵਾ, ਹੁਣ ਬੱਚਾ ਕਹਿੰਦਾ ਉੱਥੋਂ +2 ਕਰਕੇ ਇੱਥੇ ਆ ਜਾਂਦਾ, ਠੀਕ ਹੈ ਜੀ, ਬਾਹਰਲੇ ਮੁਲਕ ਦੇ ਵਿੱਚ ਚਲਾ ਜਾਂਦਾ IELTS ਦਾ ਟੈਸਟ ਕਰਕੇ। ਉੱਥੇ ਜਾ ਕੇ ਉਹ ਕਿੰਨੀ ਮਿਹਨਤ ਕਰਦਾ, ਕਿੰਨਾ ਕੁਛ ਕਰਦਾ, ਮਸੀਂ 100 ਚੋਂ ਸ਼ਾਇਦ 1 ਜਾਂ 2% ਬੱਚੇ ਆ ਜਿਹੜੇ ਇੱਥੇ ਆ ਕੇ ਪ੍ਰੋਪਰ ਡਿਗਰੀ ਕਰਦੇ ਆ। ਨਹੀਂ ਤਾਂ 1 ਜਾਂ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਵਰਕ ਪਰਮਿਟ ਦੇ ਚੱਕਰ 'ਚ ਪੈ ਗਏ। ਫਿਰ ਉੱਧਰ ਦੀ ਕਰਦਿਆਂ ਬਹੁਤ ਐਸੇ ਸਟੂਡੈਂਟ ਆ ਜਿਨ੍ਹਾਂ ਨੇ ਪਤਾ ਨਹੀਂ ਕਿੱਡੀਆਂ ਵੱਡੀਆਂ ਪੜ੍ਹਾਈਆਂ ਕਰਨੀਆਂ ਹੁੰਦੀਆਂ, ਪਰ ਉਹ PR ਦੇ ਚੱਕਰ ਕਰਕੇ ਰਹਿ ਜਾਂਦੀਆਂ। ਬਿਲਕੁਲ ਠੀਕ ਹੈ ਨਾ। ਸਿਰਫ ਮੈਂ ਕਈ ਵੇਲੇ ਉਹਨੇ ਗੱਲ ਕੀਤੀ, ਕਹਿੰਦਾ ਵੀ ਇਕੱਲਾ ਇੰਗਲਿਸ਼ ਬੋਲ ਲੈਣਾ ਐਜੂਕੇਸ਼ਨ ਨਹੀਂ ਹੈਗੀ ਹੈ ਨਾ, ਵੀ ਇਕੱਲੀ ਇੰਗਲਿਸ਼ ਬੋਲ ਲੈਣੀ ਐਜੂਕੇਸ਼ਨ ਨਹੀਂ ਹੈਗੀ ਹੈ ਨਾ। ਆਪਾਂ ਪੰਜਾਬੀ ਦੀ ਮਾਸਟਰ ਕਰਦੇ ਉਹ ਵੀ ਇੱਕ ਐਜੂਕੇਟਿਡ ਹੋਣਾ ਸੀਗਾ ਹੈ ਨਾ। ਆਪਾਂ ਹਿਸਟਰੀ ਦੀ MA ਕਰਦੇ ਸੀ, ਉਹ ਵੀ ਇੱਕ ਐਜੂਕੇਟਿਡ ਸੀਗਾ। ਉਹਨਾਂ ਨੂੰ ਦੁਨੀਆਦਾਰੀ ਸਮਝ ਲੱਗਦੀ ਸੀ ਕਿ ਕੀ ਹੋ ਰਿਹਾ, ਕੀ ਚੱਲ ਰਿਹਾ ਹੈ ਨਾ। ਹੁਣ ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ, ਮੇਰੇ ਪਿੰਡ ਦੀ ਇੱਕ ਕੁੜੀ ਇੱਥੇ ਆਈ
ਤੇ ਉਹਦੇ ਫਾਦਰ ਸਾਹਿਬ ਦੀ ਮੈਨੂੰ ਕਾਲ ਆਈ, ਮੈਨੂੰ ਕਹਿੰਦੇ ਵੀ ਬੇਟੀ ਆਈ ਹੈ, ਇਹਦਾ ਧਿਆਨ ਰੱਖਿਓ ਕਿਤੇ ਲੋੜ ਪੈ ਜਾਂਦੀ। ਮੈਂ ਕਿਹਾ ਠੀਕ ਹੈ ਜੀ। ਉਹ ਘਰੇ ਆਈ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ +2 ਕਿੱਥੋਂ ਕੀਤੀ ਹੈ ਬੇਟਾ, ਹਨਾ? ਕਹਿੰਦੀ ਜੀ ਮੈਂ ਫਲਾਣੇ ਉੱਥੋਂ ਜਗ੍ਹਾ ਤੋਂ ਕੀਤੀ ਆ। ਮੈਂ ਕਿਹਾ ਓਕੇ। ਮੈਂ ਕਿਹਾ ਆਈਲੈਟਸ ਚੋਂ ਕਿੰਨੇ ਬੈਂਡ ਆਏ ਆ? ਕਹਿੰਦੀ 8। ਮੈਂ ਕਿਹਾ ਅੱਛਾ, ਤੇਰੇ 8 ਬੈਂਡ ਆਏ ਆ? ਕਹਿੰਦੀ ਹਾਂਜੀ। ਤੇ ਮੈਂ ਕਿਹਾ ਤੂੰ +2 ਕਾਹਦੇ ਚ ਕੀਤੀ ਆ? ਕਹਿੰਦੀ ਮੈਡੀਕਲ ਦੇ ਵਿੱਚ। ਮੈਂ ਕਿਹਾ ਓਕੇ। ਤੇ ਮੈਂ ਕਿਹਾ ਕਿੰਨੇ % ਨੰਬਰ ਆ, ਹਨਾ? ਉਹਦੇ 88% ਨੰਬਰ ਹੈਗੇ ਆ। ਅੱਛਾ, ਮੈਡੀਕਲ +2 ਦੇ ਵਿੱਚੋਂ। ਮੈਂ ਉਹਦੇ ਡੈਡੀ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਇਹ ਤਾਂ ਕੁੜੀ ਵੱਡੀ ਡਾਕਟਰ ਬਣਨ ਵਾਲੀ ਸੀਗੀ। ਇੱਥੇ ਉਹਨੇ 1 ਸਾਲ ਦਾ ਕੋਰਸ ਕੀਤਾ, ਜਿਹੜਾ ਆ ਕੇ ਉਹ ਆਪਣੇ ਸਿਆਣੇ ਬਜ਼ੁਰਗਾਂ ਨੂੰ ਸਾਂਭਦੇ ਨਹੀਂ ਹੈਗੇ। ਹਾਂਜੀ, ਉਹ ਵਾਲਾ 1 ਸਾਲ ਦਾ ਕੋਰਸ ਕਰਨ ਤੋਂ ਬਾਅਦ ਫਿਰ PR ਦੇ ਚੱਕਰਾਂ 'ਚ ਪੈ ਗਈ, ਇੱਥੋਂ ਵਿਨੀਪੈਗ ਹੁਣ ਮੂਵ ਹੋ ਗਈ। ਮੈਨੂੰ ਵਾਕਿਆ ਹੀ ਲੱਗਦਾ ਸੀ ਕਿ ਉਹ ਵਾਕਿਆ ਹੀ ਕੁੜੀ ਡਾਕਟਰ ਬਣਨ ਵਾਲੀ ਸੀ, ਤੇ ਜਿਹੜੀ ਹੁਣ ਉੱਥੇ ਰਹਿ ਗਈ, ਹਨਾ? ਇਹ ਹੋਇਆ ਕਿਹਦੀ ਵਜ੍ਹਾ ਕਰਕੇ ਆ? ਸਾਡੀਆਂ ਸਰਕਾਰਾਂ ਦੀ ਵਜ੍ਹਾ ਕਰਕੇ, ਕਿਉਂਕਿ ਉਹਨਾਂ ਨੇ ਸਾਨੂੰ ਮਜਬੂਰ ਕਰ ਦਿੱਤਾ। ਸਾਡੀਆਂ ਉੱਥੇ ਪੜ੍ਹਾਈਆਂ ਦੀਆਂ ਵੈਲਿਊ ਪੈਣੀਆਂ ਖਤਮ ਹੋ ਗਈਆਂ। ਕੀ ਕਰਨ ਬੰਦੇ? ਤੇ ਇਹ ਚੀਜ਼ਾਂ ਵੀ, ਇਹਨਾਂ ਚੀਜ਼ਾਂ ਦਾ ਬਹੁਤੀਆਂ ਦਾ ਕਈ ਵੇਲੇ ਉੱਥੇ ਜਾ ਕੇ ਪਤਾ ਲੱਗਾ ਵੀ ਕਿਵੇਂ ਚੱਲ ਰਿਹਾ ਵਾ, ਕਿਵੇਂ ਹੋ ਰਿਹਾ ਸਾਰਾ ਕੁਛ, ਹਨਾ? ਤੇ ਇਹਦਾ ਹੁਣ ਕੀ ਅਸਰ ਹੋਊਗਾ ਗਾਂਹ ਜਾ ਕੇ, ਇਹ ਹੁਣ ਆਉਣ ਵਾਲਾ ਟਾਈਮ ਦੱਸੇਗਾ, ਹਨਾ? ਅੱਛਾ, ਇਹ ਜਿਹੜੀ ਗੁਰਪ੍ਰੀਤ ਭਾਈ ਤੁਸੀਂ, ਔਰ ਦੋਸਤੋ ਮੈਂ ਦੱਸ ਦਿੰਦਾ, ਗੁਰਪ੍ਰੀਤ ਮਾਨ ਇਸ ਵੇਲੇ ਜਿੱਥੇ ਸਾਡਾ ਛੋਟਾ ਵੀਰ ਹੈ, ਤੇ ਸਾਡੇ ਇਲਾਕੇ ਦੀ ਜੇ ਗੱਲ ਕਰੀਏ, ਚਿੱਟੀ ਪਿੰਡ ਸਾਡੇ ਜਲੰਧਰ ਦੇ, ਸਾਡੇ ਗਿੱਲਾਂ ਪਿੰਡ ਦੇ ਨਾਲ ਨੇੜੇ ਤੇੜੇ ਸਾਡੇ ਉੱਗੀ ਚਿੱਟੀ ਦੀ ਗੱਲ ਕਰਦੇ ਹਾਂ, ਤਾਂ ਉਹ ਸਾਰੇ ਲੋਕ ਜਿੱਥੇ ਵੀ, ਜਿਸ ਮੈਂ ਵੈਸੇ ਚਲੋ ਇਹ ਪਿੰਡ ਦੀ ਜਾਂ ਇਲਾਕੇ ਦੀ ਗੱਲ ਕਈ ਵਾਰੀ ਤਾਂ ਕਰੀਦੀ ਵੀ ਅਸੀਂ ਰਿਲੇਟ ਕਰ ਲੈਂਦੇ ਬਹੁਤ ਛੇਤੀ, ਆਪਣੇ ਆਪ ਨੂੰ ਜੋੜਦੇ ਹਾਂ, ਗੱਲਾਂ ਕਰਦੇ ਹਾਂ। ਵੈਸੇ ਤਾਂ ਸਾਡਾ ਸਾਰਾ ਪੰਜਾਬ, ਸਾਰਾ ਭਾਰਤ, ਸਾਰੀ ਦੁਨੀਆ ਜਿਹੜੀ ਸਾਡੀ ਇੱਕ ਆਪਣਾ ਖਿੱਤਾ ਸਾਡਾ, ਪਰ ਜਦੋਂ ਅਸੀਂ ਇਸ ਤਰ੍ਹਾਂ ਗੱਲ ਕਰਦੇ ਹਾਂ ਤਾਂ ਸਾਨੂੰ ਬੜਾ ਮਾਣ ਹੁੰਦਾ ਕਿ ਦੇਖੋ ਜੀ, ਨਾਟ ਓਨਲੀ ਕਿ ਹਾਂਜੀ ਸਿੰਗਿੰਗ ਵਾਲੀ ਲਾਈਨ 'ਚ ਕੋਈ ਇਹ ਨਹੀਂ ਕਿ ਤੁੱਕਾ ਹੀ ਲੱਗ ਗਿਆ ਤਾਂ ਆ ਗਿਆ ਗੁਰਪ੍ਰੀਤ ਮਾਨ। ਜਿਹੜੀ ਇਹ ਸੋਚ ਹੈ, ਜਿਹੜਾ ਮਾਈਂਡ ਸੈਟ ਹੈ, ਤੁਸੀਂ ਉਹ ਗੱਲਾਂ ਸੁਣਨ ਦੇ ਲਈ, ਅਸੀਂ ਜਿਹੜੀਆਂ ਗੱਲਾਂ, ਸਾਨੂੰ ਮੈਨੂੰ ਨਹੀਂ ਲੱਗਦਾ ਕਿ ਅਸੀਂ ਜਿਹੜੇ 10-15 ਮਿੰਟ ਲਗਾਏ ਆ, ਇਹ ਕੀਤੇ ਬਿਨਾਂ ਸਾਡਾ ਸਰਨਾ ਨਹੀਂ ਸੀ। ਇਹ ਤੋਂ ਬਿਨਾਂ ਵੀ ਆਪਾਂ ਕੁਝ ਹੋਰ ਗੀਤਾਂ ਦੀ ਗੱਲ ਕਰਕੇ ਵੀ ਸਾਰ ਸਕਦੇ ਸੀ, ਹੈ ਨਾ? ਪਰ ਦੇਖੋ ਇੱਕ ਮਾਈਂਡ ਸੈਟ ਦੀ ਗੱਲ ਗੁਰਪ੍ਰੀਤ ਭਾਈ, ਜਿਹੜੀ ਤੁਸੀਂ ਗੱਲ ਛੇੜੀ ਹੈ, ਜਿਹੜੀ ਗੱਲ ਤੋਰੀ ਹੈ, ਜਿਹੜੀ ਉਹਦੀ ਇੱਕ ਸੋਲ ਹੁੰਦੀ ਹੈ, ਜਾਂ ਇੱਕ ਜਿਹੜੀ ਉਸ ਗੱਲ ਦਾ ਕਰਨ ਦਾ, ਜਿਵੇਂ ਕਹਿੰਦੇ ਵੀ ਤੁਸੀਂ ਆ ਜਿਹੜੀ, ਮੈਂ ਖੁਦ ਜੇ ਗੱਲ ਕਰਾਂ, ਬੜੇ ਚਿਰ ਬਾਅਦ ਇਹ ਗੱਲ ਇਸ ਤਰੀਕੇ ਦੇ ਨਾਲ ਕਿਸੇ ਨੇ ਟੱਚ ਕੀਤੀ ਹੈ ਕਿ ਜਿਹੜੀਆਂ ਪੰਜਾਬੀ ਦੇ ਵਿੱਚ MA ਕਰਨ ਦੀ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਭਾਸ਼ਾਵਾਂ ਦੇ ਵਿੱਚ ਹਾਇਰ ਐਜੂਕੇਸ਼ਨ ਜਾਂ ਜਿਹੜੀ ਉੱਚ ਵਿੱਦਿਆ ਜਿੱਦਾਂ ਆਪਾਂ ਜੇ ਕਹਿ ਲਈਏ, ਉਹ ਪ੍ਰਾਪਤ ਕਰਨ ਦੀ ਗੱਲ ਜਿਹੜੀ ਹੈ, ਉਹ ਸੱਚੀ ਸੁਪਨਾ ਬਣ ਕੇ ਰਹਿ ਜਾਣੀ ਆਉਣ ਵਾਲੇ ਟਾਈਮ 'ਚ। ਬਿਲਕੁਲ। ਮੈਂ MA ਹਿਸਟਰੀ ਹੈਗਾ ਜੀ, ਹੈ ਨਾ? ਹਾਂਜੀ। ਤੇ ਮੈਨੂੰ ਲੱਗਦਾ ਵੀ ਮੈਂ ਬਹੁਤ ਸਾਰੀਆਂ ਇਤਿਹਾਸ ਨਾਲ ਜੁੜੀਆਂ ਗੱਲਾਂ ਨੂੰ ਮੈਂ ਜਾਣਦਾ ਬਹੁਤ ਖੂਬੀ। ਮੈਂ ਕਾਫੀ ਜੁੜਿਆ ਹੋਇਆ ਉਸ ਚੀਜ਼ ਦੇ ਨਾਲ, ਹਨਾ? ਹਾਂਜੀ। ਤੇ ਮੈਂ ਜੁੜਿਆ ਹੋਇਆ ਵਾਂ, ਮੈਂ ਆਪਣੇ ਆਲੇ ਦੁਆਲੇ ਸਾਰਿਆਂ ਨੂੰ, ਜਿਹਨਾਂ ਨੂੰ ਨਹੀਂ ਪਤਾ ਹੁੰਦਾ, ਮੈਂ ਉਹਨਾਂ ਨੂੰ ਦੱਸਦਾ ਵੀ ਆ, ਹਨਾ? ਕਿ ਆਹ ਚੀਜ਼ ਏਦਾਂ ਹੈਗੀ ਆ। ਜਿਹੜੇ ਮੇਰੇ ਭਤੀਜੇ ਭਤੀਜੀਆਂ ਹੈਗੇ ਆ, ਉਹਨਾਂ ਨੂੰ ਵੀ ਦੱਸਦਾ, ਛੋਟੇ ਬੱਚਿਆਂ ਨੂੰ ਦੱਸਦਾ, ਹਨਾ? ਕਿ ਆਹ ਆਪਣੇ ਗੁਰੂ ਸੀਗੇ, ਆਹ ਲੋਕ ਆ, ਆਪਾਂ ਇੱਥੋਂ ਆਏ ਆ, ਆਪਾਂ ਏਦਾਂ ਕੀਤਾ ਆ, ਆਹ ਆਪਣੀ ਹਿਸਟਰੀ ਆ, ਹਨਾ? ਤੇ ਭਾਜੀ ਇਹ ਚੀਜ਼ਾਂ ਸੁਣ ਕੇ ਸਾਨੂੰ ਜਨੂਨ ਆਉਂਦਾ ਨਾ। ਜੇ ਹੁਣ ਅੱਜ ਸਾਨੂੰ ਪਤਾ ਹੀ ਨਾ ਹੁੰਦਾ ਵੀ ਭਗਤ ਸਿੰਘ ਨੇ ਕਿਉਂ ਕਿੱਦਾਂ ਕੀ ਕੀਤਾ, ਤੇ ਸਾਡਾ ਖੂਨ ਕਿੱਦਾਂ ਖੌਲਦਾ ਉਹਨੂੰ ਦੇਖ ਕੇ, ਉਹਨੂੰ ਸੁਣ ਕੇ, ਹਨਾ? ਜਾਂ ਸਾਨੂੰ ਪਤਾ ਹੀ ਨਾ ਹੁੰਦਾ ਕਿ ਸਾਡਾ ਊਧਮ ਸਿੰਘ ਹੁਣਾਂ ਨੇ ਸਾਡੇ ਲਈ ਕਿੰਨਾ ਕੁਛ ਕੀਤਾ, ਹਨਾ? ਜੀ। ਤੇ ਉਹ ਚੀਜ਼ਾਂ ਮੈਨੂੰ ਐਵੇਂ ਲੱਗਦਾ ਕਿ ਸਾਡੀਆਂ ਜਿਹੜੀਆਂ, ਸਾਡੀ ਲੈਂਗੁਏਜ ਦੀਆਂ ਜਿਹੜੀਆਂ ਡਿਗਰੀਆਂ ਸੀਗੀਆਂ, ਉਹਨਾਂ ਤੋਂ ਅਸੀਂ ਦੂਰ ਚਲੀ ਜਾਂਦੇ ਹਾਂ ਹੌਲੀ ਕਰਕੇ, ਹਨਾ? ਜੀ। ਮੈਂ ਨਾ ਹਰਜਿੰਦਰ ਜੀ, ਇੱਕ ਗੱਲ ਮੇਰੇ ਹੋਰ ਦਿਮਾਗ 'ਚ ਕਈ ਵੇਲੇ ਆਉਂਦੀ ਹੁੰਦੀ ਆ। ਵੈਸੇ ਇਹ ਗੱਲ ਮੈਨੂੰ ਲੱਗਦਾ ਵੀ ਬਹੁਤ ਬੰਦਿਆਂ ਨੂੰ ਸ਼ਾਇਦ ਐਵੇਂ ਵੀ ਲੱਗਦਾ ਹੋਊਗਾ ਕਿ ਇਸ ਗੱਲ ਦਾ ਕੋਈ ਮਤਲਬ ਨਹੀਂ ਹੈਗਾ। ਮੈਨੂੰ ਕਈ ਵੇਲੇ ਏਦਾਂ ਲੱਗਦਾ ਕਿ ਜਿਹੜਾ ਇਨਸਾਨ ਦੇ ਜਾਮੇ ਦੇ ਵਿੱਚ ਆਪਾਂ, ਇਹ ਜਿਹੜਾ ਜਨਮ ਆਪਾਂ ਨੂੰ ਮਿਲਿਆ ਹੋਇਆ ਨਾ, ਇਹ ਇਕੱਲਾ ਪਰਿਵਾਰ ਲਈ ਤੇ ਇੱਕ ਬੱਚਿਆਂ ਦੇ ਲਈ ਨਹੀਂ ਹੈਗਾ, ਆਪਣਿਆਂ ਲਈ। ਹਾਂਜੀ। ਇਹਦੇ ਵਿੱਚ ਸਾਡੀਆਂ ਸਮਾਜ ਪ੍ਰਤੀ ਵੀ ਬਹੁਤ ਸਾਰੀਆਂ ਡਿਊਟੀਜ਼ ਬਣਦੀਆਂ, ਜੋ ਅਸੀਂ ਨੇਚਰ ਪ੍ਰਤੀ ਵੀ ਸਾਡੀਆਂ ਕਰਨੀਆਂ ਬਣਦੀਆਂ। ਕਿਉਂਕਿ ਜੇ ਇੱਕ ਘਰ ਦੀ ਗੱਲ ਕਰ ਲਈਏ ਜਾਂ ਇੱਕ ਬੱਚਿਆਂ ਦੀ ਗੱਲ ਕਰ ਲਈਏ, ਉਹ ਜਾਨਵਰ ਵੀ ਕਰਦੇ ਆ, ਉਹ ਪੰਛੀ ਵੀ ਕਰਦੇ ਆ, ਠੀਕ ਹੈ? ਉਹ ਵੀ ਉਹਨਾਂ ਨੂੰ, ਆਪਣਿਆਂ ਨੂੰ, ਬੱਚਿਆਂ ਨੂੰ ਘਰ ਵੀ ਬਣਾ ਕੇ ਦਿੰਦੇ ਆ, ਉਹਨਾਂ ਲਈ ਖਾਣ ਲਈ ਫੂਡ ਵੀ ਲੈ ਕੇ ਆਉਂਦੇ ਆ, ਜਿੰਨੀ ਦੇਰ ਤੱਕ ਉਹ ਆਪਣੇ ਜੋਗੇ ਨਹੀਂ ਹੋ ਜਾਂਦੇ, ਹਨਾ? ਹਾਂਜੀ। ਤੇ ਮੈਨੂੰ ਲੱਗਦਾ ਕਿ ਇਨਸਾਨ ਜਿਹੜਾ ਆ, ਉਹ ਇਹਨਾਂ ਡਿਊਟੀਆਂ ਤੋਂ ਉੱਪਰ ਉੱਠ ਕੇ ਵੀ ਉਹਦੇ ਲਈ ਬਹੁਤ ਕੁਛ ਹੈਗਾ, ਨੇਚਰ ਨੂੰ ਲੈ ਕੇ, ਸਮਾਜ ਨੂੰ ਲੈ ਕੇ, ਇੱਥੇ ਹੋ ਰਹੇ ਗਲਤ ਕੰਮਾਂ ਨੂੰ ਲੈ ਕੇ, ਉਹ ਵੀ ਸਾਡੀਆਂ ਡਿਊਟੀਆਂ ਬਣਦੀਆਂ, ਹਨਾ? ਇਹ ਕਹਿ ਕੇ ਕਦੇ ਪਰੇ ਨਹੀਂ ਮੈਨੂੰ ਲੱਗਦਾ ਵੀ ਹੋ ਜਾਣਾ ਚਾਹੀਦਾ ਕਿ ਆਪਾਂ ਕੀ ਲੈਣਾ ਦੇਣਾ। ਬਿਲਕੁਲ ਠੀਕ, ਹਨਾ? ਜੇ ਆਪਾਂ ਹੀ ਏਦਾਂ ਹੌਲੀ ਕਰਕੇ ਪਰੇ ਹੋਣ ਲੱਗੇ, ਇੱਕ ਦਿਨ ਤੇ ਤਾਣਾ ਬਾਣਾ ਸਾਰਾ ਫਿਰ ਖਰਾਬ ਹੋ ਜਾਏਗਾ, ਹਨਾ? ਤੇ ਮੈਨੂੰ ਏਦਾਂ ਲੱਗਦਾ ਹੁੰਦਾ,
ਕਈ ਵੇਲੇ ਮੇਰੇ ਆਪਣੇ ਘਰ ਦੇ ਵੀ ਇਹ ਸ਼ਾਇਦ ਮੈਨੂੰ ਕਈ ਵੇਲੇ ਕਹਿੰਦੇ ਵੀ ਤੂੰ ਐਵੇਂ ਮਾਰਦਾ ਬਹੁਤ ਸਿਆਣਾ ਬਣਿਆ ਫਿਰਦਾ ਕਰ, ਕੀ ਲੈਣਾ ਦੇਣਾ ਤੂੰ, ਹਨਾ। ਲੋਕੀ ਕਹਿੰਦੇ ਤੂੰ ਬਹੁਤ ਸਿਆਣਾ ਬਣਿਆ ਫਿਰਦਾ। ਤੂੰ ਕੀ ਲੈਣਾ ਦੇਣਾ ਤੂੰ ਆਪਣੇ, ਮੈਨੂੰ ਕਹਿਣਗੇ ਤੂੰ ਗਾਣੇ ਗੂਣੇ ਗਾ ਆਪਣੇ, ਜਿਹੜਾ ਤੇਰਾ ਕੰਮ ਆ, ਹਨਾ। ਨਹੀਂ ਚਲੋ ਆਪਾਂ ਗੀਤਾਂ ਦੀ ਗੱਲ ਵੀ ਕਰਦੇ ਰਹਿਣਾ। ਦੇਖੋ ਇਹ ਰੰਗ ਸਾਡੀ ਲਾਈਫ ਦੇ ਸਾਰੇ ਹੀ ਹੋਣੇ ਚਾਹੀਦੇ। ਆਪਾਂ ਅੱਗੇ ਵੀ ਗੱਲ ਕਰਦੇ ਹਾਂ ਕਿ ਅਸੀਂ ਹਰ ਵੇਲੇ ਇੱਕੋ ਮੋਡ 'ਚ ਨਹੀਂ ਰਹਿ ਸਕਦੇ। ਇਹ ਨਹੀਂ ਹੋ ਸਕਦਾ ਕਿ ਤੁਸੀਂ ਹਮੇਸ਼ਾ ਹੀ, ਹਨਾ। ਉਹ ਸਾਨੂੰ ਸਾਰੇ, ਜਦੋਂ ਅਸੀਂ ਬੈਠੇ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਸਾਰੇ ਸਿੰਗਰ ਉੱਥੇ ਗਏ, ਮੈਨੂੰ ਵੀ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਮੈਸੇਜ ਆਉਂਦੇ ਸੀ ਵੀ ਤੁਸੀਂ ਨਹੀਂ ਜਾ ਰਹੇ ਜੀ, ਤੁਸੀਂ ਨਹੀਂ ਜਾ ਰਹੇ, ਹਨਾ। ਤੇ ਮੈਨੂੰ ਵੀ ਇੱਦਾਂ ਲੱਗਾ ਕਿ ਯਾਰ ਮੈਨੂੰ ਜਾਣਾ ਚਾਹੀਦਾ, ਸਾਰੇ ਜਾਣੇ ਮੈਨੂੰ ਕਹਿ ਵੀ ਰਹੇ, ਮੇਰੀ ਵੀ ਡਿਊਟੀ ਬਣਦੀ। ਬਟ ਉੱਥੇ ਜਾਣ ਤੋਂ ਬਾਅਦ ਮੈਂ ਨਹੀਂ ਆਇਆ ਉੱਥੋਂ 2-3 ਮਹੀਨੇ, ਰਾਈਟ, ਕਿਉਂਕਿ ਮੈਂ ਉੱਥੇ ਜਾ ਕੇ ਉੱਥੇ ਦੇ ਰੰਗ 'ਚ ਰੰਗਿਆ ਗਿਆ। ਹਾਂ, ਇਹ ਬੜੀ ਵੱਡੀ ਗੱਲ ਸੀ। ਇਹ ਮੈਂ ਵੀ ਇੰਡੀਆ 'ਚ ਸਾਡੀ ਵੀ 1-2 ਦੋਸਤਾਂ ਨਾਲ ਮੇਰੀ ਜਦੋਂ ਗੱਲ ਹੋਈ, ਮੈਂ ਇੱਕ ਦਿਨ ਰੇਡੀਓ ਤੇ ਵੀ ਗੱਲ ਕੋਟ ਕੀਤੀ ਸੀ ਕਿ ਉਹ ਬੰਦਾ ਪਹਿਲਾਂ ਮੇਰਾ ਬਹੁਤ ਅਜ਼ੀਜ਼ ਮਿੱਤਰ ਉਹ, ਤੇ ਉਹ ਕਾਫੀ ਖਿਲਾਫ ਸੀ ਯਾਰ ਕਿ ਇਹ ਅੰਦੋਲਨ ਵਗੈਰਾ ਹੋਣਾ ਨਹੀਂ ਚਾਹੀਦਾ ਸੀ, ਇਹ ਤਾਂ ਐਵੇਂ ਵਾਧੂ ਦਾ ਟਾਈਮ ਖਰਾਬ ਕਰ ਰਿਹਾ। ਪਰ ਉਹ ਬੰਦਾ ਜਦੋਂ ਚਲੇ ਗਿਆ ਉੱਥੇ ਤਾਂ ਸਰ ਉਹਦੇ ਵਿਚਾਰ ਹੀ ਬਦਲ ਗਏ। ਉਹ ਵਾਪਸ ਆ ਕੇ ਤਾਂ ਉਹ ਤਾਂ ਗੱਲਾਂ ਹੀ ਹੋਰ ਕਰੇ। ਉਹ ਕਹਿੰਦਾ ਯਾਰ ਵੀ ਸੱਚੀ ਉਹ ਇਹੋ ਜਿਹਾ ਔਰਾ ਜਾਂ ਇਹੋ ਜਿਹਾ ਮਾਹੌਲ ਹੈ, ਇਹੋ ਜਿਹੀ ਜਿਹੜੀ ਐਨਰਜੀ ਹੈ, ਇਹੋ ਜਿਹੀ ਜਿਹੜੀ ਜਦੋਂ ਤੁਸੀਂ ਉਹ ਚਿਣਗੇ ਇੱਕ ਜਾਗਦੀ ਹੈ ਜਿਵੇਂ ਕਹਿ ਲਈਏ, ਤਾਂ ਉਹ ਵਾਕਈ, ਹਾਂ ਠੀਕ ਹੈ। ਦੇਖੋ ਪੋਲੀਟੀਕਲੀ ਇਹਦੇ ਹੱਕ 'ਚ ਜਾਂ ਇਹਦੇ ਵਿਰੋਧ 'ਚ ਖੜਨ ਵਾਲਿਆਂ ਦੀ ਕਮੀ ਨਹੀਂ ਹੈ। ਹੱਕ 'ਚ ਵੀ ਬਥੇਰੇ ਨੇ, ਵਿਰੋਧ 'ਚ ਵੀ ਬਥੇਰੇ ਨੇ। ਪਰ ਗੱਲ ਹੈ ਕਿ ਆਪਣਾ ਮਾਈਂਡ ਸੈਟ ਹਰ ਬੰਦੇ ਦਾ ਇੱਦਾਂ ਚੇਂਜ ਨਹੀਂ ਹੁੰਦਾ। ਬਹੁਤ ਸਾਰੇ ਅਜੇ ਵੀ ਲੋਕ ਇੱਦਾਂ ਦੇ ਹੋਣੇ ਆ ਜਿਹੜੇ ਸਾਰਾ ਕੁਝ ਦੇਖਣ ਤੋਂ ਬਾਅਦ, ਸਾਰਾ ਕੁਝ ਵਰਤਾਰਾ ਆਪ ਹੰਡਾਉਣ ਤੋਂ ਬਾਅਦ ਵੀ ਅੱਜ ਵੀ ਉੱਥੇ ਹੀ ਖੜੇ ਹੋਣੇ ਕਿ ਨਹੀਂ ਜੀ ਇਹ ਤਾਂ ਠੀਕ ਨਹੀਂ ਹੋ ਰਿਹਾ, ਇਹ ਸਰਕਾਰ ਹੀ ਠੀਕ ਹੈ, ਇਹ ਕਿਸਾਨਾਂ ਨੇ ਐਵੇਂ ਟਾਈਮ ਵੇਸਟ ਕੀਤਾ, ਜਾਂ ਇਹ ਜਿਹੜੇ ਅੰਦੋਲਨ ਕਰ ਰਹੀ ਇਹਨਾਂ ਨੇ, ਉਹ ਅੱਜ ਵੀ ਇਸ ਵਿਚਾਰਧਾਰਾ ਵਾਲੇ ਲੋਕਾਂ ਦੀ ਕਮੀ ਨਹੀਂ ਹੋਣੀ। ਪਰ ਜਿਹੜੇ ਲੋਕ ਆਪਣੇ ਥਾਟਸ ਨੂੰ, ਜਿਨ੍ਹਾਂ ਨੇ ਮਾੜਾ ਮੋਟਾ ਵੀ ਉਹਨਾਂ ਨੇ ਇੱਕ ਰੂਮ ਦਿੱਤਾ, ਜਗ੍ਹਾ ਦਿੱਤੀ ਕਿ ਹਾਂ ਅਸੀਂ ਗਰੋ ਹੋਣਾ, ਇਵੋਲਵ ਹੋਣਾ ਸੀ, ਤਾਂ ਸ਼ਾਇਦ ਉਹ ਕਿਸੇ ਨਾ ਕਿਸੇ ਰੂਪ 'ਚ ਇਸ ਰੰਗ 'ਚ ਰੰਗੇ ਗਏ ਹੋਣੇ ਆ। ਕਿਉਂਕਿ ਆਪਾਂ ਅਕਸਰ ਗੱਲ ਕਰੀਦੀ ਹੈ ਕਿ ਉਹ ਇੱਕ ਚੀਜ਼ ਸਾਈਡ 'ਤੇ ਰੱਖ ਦਈਏ ਕਿ ਟੈਕਨੀਕੈਲਿਟੀਜ਼ ਕੀ ਕਹਿੰਦੀਆਂ ਨੇ, ਕਾਨੂੰਨ ਕੀ ਕਹਿੰਦਾ, ਚੰਗਾ ਜਾਂ ਮਾੜਾ ਕੀ ਕਹਿੰਦਾ। ਪਰ ਜਦੋਂ ਅਸੀਂ ਗੱਲ ਕਰੀਏ ਕਿ ਹਾਂਜੀ ਜੇ ਕੋਈ ਵੱਡੀ ਧਿਰ ਤੇ ਛੋਟੀ ਧਿਰ ਦੇ ਦਰਮਿਆਨ ਜਦੋਂ ਕੋਈ ਗੱਲ ਚੱਲ ਰਹੀ ਹੋਵੇ, ਤਾਂ ਫਿਰ ਉਹਨੂੰ ਮੰਨਣ ਦੇ ਲਈ, ਉਹਨੂੰ ਕੰਪਰੋਮਾਈਜ਼ ਕਰਨ ਦੇ ਲਈ, ਉਹਨੂੰ ਸੋਲਵ ਕਰਨ ਦੇ ਲਈ ਵੱਡੀ ਧਿਰ ਦੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ। ਬਿਲਕੁਲ ਬਿਲਕੁਲ ਜੀ, ਇਹ ਚੀਜ਼ਾਂ ਐਵੇਂ ਹਰਜਿੰਦਰ ਜੀ ਮੈਂ ਵੀ ਫੀਲ ਕੀਤੀਆਂ ਕਿ ਸਮ ਟਾਈਮ ਨਾ ਤੁਹਾਨੂੰ ਪਹਿਲਾਂ ਕਈ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ ਆਪਾਂ ਨੂੰ, ਹਨਾ। ਜਦੋਂ ਥਰੂ ਹੋਣਾ ਫਿਰ ਹੀ ਪਤਾ ਲੱਗਦਾ। ਹਾਂ, ਜਦੋਂ ਥਰੂ ਹੁੰਦੇ ਆਪਾਂ ਉਹਦਾ ਫੇਰ ਪਤਾ ਲੱਗਦਾ, ਹਨਾ। ਹੁਣ ਜਦੋਂ ਸਾਨੂੰ ਵੀ ਇਹ ਗੱਲ ਪਤਾ ਲੱਗੀ ਕਿ ਜਿਹੜਾ ਪੰਜਾਬ ਆ ਇਹ ਵਰਲਡ ਦੀ ਬੈਸਟ ਪਲੇਸ ਹੈਗਾ ਸੀ ਰਹਿਣ ਵਾਸਤੇ, ਚਾਹੇ ਉਹ ਲਹਿੰਦਾ ਪੰਜਾਬ ਆ, ਚਾਹੇ ਉਹ ਚੜ੍ਹਦਾ ਪੰਜਾਬ ਆ, ਹਨਾ। ਹਾਂਜੀ, ਵੀ ਇਹ ਦੁਨੀਆ ਦੀ ਬੈਸਟ ਪਲੇਸ ਸੀ। ਨਾ ਇੱਥੇ ਅਰਬ ਵਰਗੀ ਗਰਮੀ ਸੀ ਤੇ ਨਾ ਇੱਥੇ ਕਹਿ ਲਓ ਵੀ ਯੂਰਪ ਵਰਗੀ ਠੰਡ ਸੀਗੀ, ਹਨਾ। ਹਾਂਜੀ, ਜ਼ਮੀਨਾਂ ਉਪਜਾਊ, ਪਾਣੀ ਵਾਲਾ, 5 ਰੁੱਤਾਂ, ਸਾਰਾ ਕੁਝ ਰਹਿਣ ਲਈ, ਖਾਣ ਪੀਣ ਦੇ ਲਈ, ਸਾਰੇ ਕਾਸੇ ਲਈ ਸਭ ਤੋਂ ਵਧੀਆ ਸੀ। ਤੇ ਉਸ ਚੀਜ਼ ਤੇ ਸਾਰਿਆਂ ਦੀ ਅੱਖ ਹੁੰਦੀ ਹੈ ਨਾ। ਕੋਈ ਚੰਗੀ ਪ੍ਰਾਪਰਟੀ, ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਕੋਈ ਕਾਰਨਰ ਵਾਲਾ ਪਲਾਟ ਹੁੰਦਾ, ਹਥਿਆ ਲਈਏ ਇਹਨੂੰ, ਹਾਂ ਵੀ ਇਹਨੂੰ ਕਿਸੇ ਨਾ ਕਿਸੇ ਹਥਿਆ ਲਈਏ, ਹਨਾ। ਫਿਰ ਉੱਥੋਂ ਦੇ ਲੋਕ ਇੰਨੇ ਜੁਝਾਰੂ ਸੀਗੇ, ਇੰਨੇ ਜੋਸ਼ੀਲੇ ਸੀਗੇ, ਉਹਨਾਂ ਨੂੰ ਖਿਲਾਰਨਾ, ਹਨਾ। ਮੈਂ ਤਾਂ ਹੁਣ ਸਾਨੂੰ ਤਾਂ ਹੌਲੀ ਹੌਲੀ ਉਹ ਗੱਲਾਂ ਸਮਝ ਲੱਗਦੀਆਂ ਵੀ 47 'ਚ ਜਿਹੜੀ ਵੰਡ ਹੋਈ ਆ ਉਹ ਹਿੰਦੁਸਤਾਨ ਪਾਕਿਸਤਾਨ ਦੀ ਨਹੀਂ ਹੋਈ, ਅਸਲ ਦੇ ਵਿੱਚ ਉਹ ਪੰਜਾਬ ਦੀ ਵੰਡ ਹੋਈ ਆ। ਬਿਲਕੁਲ ਠੀਕ ਹੈ। ਉਹ ਸਭ ਤੋਂ ਉਪਜਾਊ ਤੇ ਸਭ ਤੋਂ ਜਿਹੜਾ ਇਹੋ ਜਿਹਾ ਖਿੱਤਾ ਸੀ ਜਿਹੜਾ ਜਿੱਥੇ ਚਾਹੇ ਉਹ ਆਪਾਂ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰ ਲਈਏ, ਚਾਹੇ ਉਹ ਜਿਹੜੀਆਂ ਉਪਜਾਊ ਸ਼ਕਤੀਆਂ ਦੀ ਗੱਲ ਕਰ ਲਈਏ, ਜਾਂ ਜਿਹੜਾ ਇੱਕ ਸਾਹਿਤਕ ਰੰਗ ਦੀ ਗੱਲ ਕਰੀਏ, ਜਿੱਥੇ ਦੇਖੀ ਕਿੰਨਾ ਰਿਚ ਸੀ ਸਾਡਾ ਉਹ ਜਿਹੜਾ ਉਹ ਪਿੰਡ ਜਿਹੜਾ ਸੀ ਸਾਡਾ ਸਾਹਿਤਕ ਪਿੰਡ, ਬਿਲਕੁਲ ਹੈ ਨਾ। ਸਾਡੀ ਹਿਸਟਰੀ, ਸਾਡਾ ਇਤਿਹਾਸ, ਅਸੀਂ ਅੱਜ ਇੱਥੇ ਮਾੜੇ ਤੋਂ ਮਾੜੇ ਬੰਦੇ ਨੂੰ ਵੀ ਆਪਣੇ ਯੋਧਿਆਂ ਦੀਆਂ ਵਾਰਾਂ ਸੁਣਾ ਦਈਏ ਨਾ, ਤਾਂ ਉਹਦਾ ਵੀ ਖੂਨ ਖੋਲ ਆਏਗਾ। ਸਾਡਾ ਖੂਨ ਇਹੋ ਜਿਹਾ ਹੈ, ਹਾਂਜੀ ਹਾਂਜੀ, ਹਨਾ। ਸਾਡੇ ਖੂਨ ਦੇ ਵਿੱਚ ਵੀ ਆ ਜਾਏਗਾ ਵੀ ਨਹੀਂ ਹੁਣ ਨਹੀਂ ਅਸੀਂ ਕਰਦੇ, ਅਸੀਂ ਸਾਰਾ ਕੁਝ ਖਤਮ। ਅੱਛਾ ਗੁਰਪ੍ਰੀਤ ਭਾਈ, ਹੁਣ ਇਸੇ ਤਰਜ਼ ਤੇ ਫਿਰ ਇਦਾਂ ਕਰਦੇ ਹਾਂ, ਇੱਕ ਵਾਰ ਸੁਣਾਓ ਜਰਾ। ਮੈਨੂੰ ਪਤਾ ਤੁਹਾਡੇ ਕੋਲ ਵੀ ਭੰਡਾਰ ਹੈ ਇਦਾਂ ਦਾ ਬਹੁਤ। ਹੁਣ ਆਪਾਂ ਨਾਲੇ ਤਾਂ ਨਿਕਲਦੇ ਹਾਂ ਬਾਹਰ ਇਸ ਗੱਲ ਚੋਂ, ਹੁਣ ਆਪਾਂ ਗੀਤ ਸੰਗੀਤ ਵੱਲ ਨੂੰ ਜੁੜੀਏ। ਜਿਹੜੀ ਵਾਰ, ਮੈਨੂੰ ਪਤਾ ਤੁਹਾਡਾ ਸਟਾਈਲ, ਚਾਹੇ ਬੋਲੀਆਂ ਦੀ ਗੱਲ ਕਰੀਏ, ਵਾਰ ਦੀ ਗੱਲ ਕਰੀਏ, ਇੱਕ ਸੁਣਾਓ ਜਰਾ ਫਿਰ ਆਪਣੀ ਆਵਾਜ਼ 'ਚ। ਬਿਲਕੁਲ ਜੀ, ਇੱਕ ਅਸੀਂ ਵਾਰ, ਮੈਂ ਤੇ ਮੇਰਾ ਵੀਰ ਗੁਰਸ਼ਬਦ, ਅਸੀਂ ਦੋਨਾਂ ਨੇ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਬਹਿ ਕੇ ਬੋਲੀ ਸੀਗੀ। ਮੈਂ ਉਹਦੀਆਂ 4 ਲਾਈਨਾਂ ਜਿਹੜੀਆਂ ਉਹ ਤੁਹਾਨੂੰ ਜ਼ਰੂਰ ਸੁਣਾ ਦਿੰਦਾ ਜੀ। ਬਦੀਆਂ ਨਾਲ ਨੇਕੀ ਝਗੜ ਪਈ, ਖੁਦ ਨੂੰ ਇਤਿਹਾਸ ਬਣਾਵਣਗੇ, ਸਮਿਆਂ ਨੂੰ ਰੁਕਣਾ ਪੈਣਾ ਏ ਜਦ ਕਰਤੀ ਫਤਿਹ ਬੁਲਾਵਣਗੇ, ਸਮਿਆਂ ਨੂੰ ਰੁਕਣਾ ਪੈਣਾ ਏ ਉਹ ਜਦ ਕਰਤੀ ਫਤਿਹ ਬੁਲਾਵਣਗੇ। ਕੀ ਬਾਤ ਹੈ। ਹਾਂਜੀ, ਤੁਹਾਡਾ ਜੰਜਾਂ ਵਾਲਾ ਗੀਤ ਵੀ 1 ਮਿੰਟ ਤੇ 40-42 ਸੈਕਿੰਡ ਦਾ ਸੀ, ਵਾਰ ਵੀ ਛੇਤੀ ਬੰਦ ਕਰਤੀ ਤੁਸੀਂ। ਦਿਲ ਕਰਦਾ ਸੀ ਸੁਣੀ ਜਾਈਏ। ਉਨੀ ਕਿ ਡੋਜ਼ ਕਹਿੰਦੇ ਹੁੰਦੇ ਆ ਵੀ ਦੇ ਦੋ, ਜਿਹਦੀ ਅਗਲੀ ਦੀ ਵੀ ਉਡੀਕ ਰਵੇ ਨਾ।
ਰਾਈਟ। ਬਹੁਤ ਗੁੱਡ ਮੇਰਾ ਭਰਾ ਯਾਰ, ਥੈਂਕ ਯੂ। ਇਸ ਗੱਲ ਦਾ ਬੜਾ ਮਾਣ ਹੈ ਕਿ ਜਦੋਂ ਕਿਤੇ ਗੱਲ ਕਰਦੇ ਆ, ਜਦੋਂ ਕਿਤੇ ਮੌਕਾ ਮਿਲਦਾ, ਸਬੱਬ ਕਦੀ ਕਦੀ ਬਣਦਾ, ਪਰ ਉਹ ਮਜ਼ਾ ਆਉਂਦਾ, ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਕੇ। ਨਹੀਂ ਬਿਲਕੁਲ ਜੀ ਬਿਲਕੁਲ, ਆਪਾਂ ਨੂੰ ਵੀ ਹੁੰਦਾ ਕਿ ਕੋਈ ਦਿਲ ਦੀ ਗੱਲ ਸ਼ਾਇਦ ਹੋ ਸਕਦਾ ਵੀ ਕਿਸੇ ਨੂੰ ਕੋਈ ਸਾਡੀ ਗੱਲ ਚੰਗੀ ਲੱਗੇ, ਸ਼ਾਇਦ ਉਹਦੇ ਚੋਂ ਕੋਈ ਇੱਕ ਅੱਧੀ ਗੱਲ ਕੋਈ ਐਵੇਂ ਦੀ ਹੋਵੇ ਜਿਹੜੀ ਕੋਈ ਕਿਸੇ ਤੇ ਅਸਰ ਕਰਕੇ ਕੁਝ ਠੀਕ ਹੋ ਜਾਵੇ। ਤੇ ਸਾਨੂੰ ਵੀ, ਕਿਉਂਕਿ ਅਸੀਂ ਵੀ ਐਵੇਂ ਸੁਣਦੇ ਹੀ ਆ ਭਾਜੀ, ਹਨਾ, ਸੁਣ ਕੇ ਹੀ ਸਾਨੂੰ ਕਹਿ ਲਓ ਵੀ ਉਹ ਚੀਜ਼ਾਂ ਦੇ ਬਾਰੇ ਪਤਾ ਲੱਗਦਾ। ਅਸੀਂ ਵੀ ਬੈਠ ਕੇ ਸੁਣੀਆਂ, ਜਿਹੜੀ ਚੀਜ਼ ਮੈਂ ਸੁਣ ਲੈਂਦਾ ਮੈਨੂੰ ਹੁੰਦਾ ਹੈ ਕਿ ਮੈਂ ਵੀ ਇਹ ਅੱਗੇ ਤੋਂ ਅੱਗੇ ਸ਼ੇਅਰ ਕਰਾਂ, ਤਾਂ ਕਿ ਅੱਗੇ ਤੱਕ ਇਹ ਲੋਕਾਂ ਤੱਕ ਸਾਡਾ ਇਤਿਹਾਸ, ਸਾਡੀ ਪਹਿਚਾਣ, ਸਾਡਾ ਜੋ ਵੀ ਹੈਗਾ ਉਹ ਲੋਕਾਂ ਤੱਕ ਪਤਾ ਚੱਲੇ, ਹਨਾ। ਅੱਛਾ, ਹੁਣ ਆਪਾਂ ਜਿਹੜਾ ਤੁਹਾਡਾ ਗੀਤ ਰਿਲੀਜ਼ ਹੋਇਆ, ਜਿੱਥੇ ਉਹਦੇ ਲਈ ਬਹੁਤ ਬਹੁਤ ਸ਼ੁਭ ਕਾਮਨਾਵਾਂ ਵੀ ਦਿੰਦੇ ਆ, ਮੁਬਾਰਕਬਾਦ ਵੀ ਦਿੰਦੇ ਆ, ਤੇ ਉਹ ਗੀਤ ਦਾ ਥੋੜਾ ਜਿਹਾ ਦੱਸੋ ਕਿਵੇਂ ਸਬੱਬ ਬਣਿਆ ਇਹ ਸਾਰਾ ਕੁਝ, ਔਰ ਕਿਹੜੀ ਟੀਮ ਹੈ। ਔਰ ਨਾਲ ਹੀ ਦੋਸਤੋ ਮੈਂ ਦੱਸ ਦਿੰਦਾ ਕਿ ਗੁਰਪ੍ਰੀਤ ਮਾਨ, GURPREETMAAN, ਗੁਰਪ੍ਰੀਤ ਮਾਨ, ਤੁਸੀਂ YouTube ਸਰਚ ਕਰਕੇ ਇਹਨਾਂ ਦਾ YouTube ਚੈਨਲ ਇੱਕ ਤਾਂ ਸਬਸਕ੍ਰਾਈਬ ਜ਼ਰੂਰ ਕਰੋ, ਕਿਉਂਕਿ ਇਹ ਵੀ ਹੁਣ ਇੱਕ ਬਹੁਤ ਵੱਡਾ ਕਹਿ ਲਈਏ ਕਿ ਇੱਕ ਆਪਣੇ ਆਪ ਦੇ ਵਿੱਚ ਪਲੇਟਫਾਰਮ ਬਣ ਗਿਆ। ਹਾਂ ਬਿਲਕੁਲ। ਔਰ ਉਹਦੇ ਵਿੱਚ ਤੁਸੀਂ ਹਰ ਜਿਹੜੇ ਪਰਫਾਰਮਰਸ ਨੇ, ਸਿੰਗਰਸ ਨੇ, ਜਾਂ ਜਿਹੜੇ ਵੀ ਕਿਸੇ ਵੀ ਇਸ ਰੂਪ ਦੇ ਵਿੱਚ ਜੁੜੇ ਹੋਏ ਲੋਕ ਆ, ਉਹਨਾਂ ਨੂੰ ਸਪੋਰਟ ਕਰਨ ਦੇ ਲਈ ਇੱਕ ਇਹ ਡਾਇਰੈਕਟ ਇਨਡਾਇਰੈਕਟ ਤਰੀਕਾ ਹੋ ਸਕਦਾ। ਸੋ ਇਹਨਾਂ ਦੇ ਸਬਸਕ੍ਰਾਈਬ ਕਰਨ ਲਈ ਇਹਨਾਂ ਦੇ ਪੇਜ ਨੂੰ, YouTube ਚੈਨਲ ਨੂੰ ਜ਼ਰੂਰ ਵਿਜ਼ਿਟ ਕਰੋ, ਤੇ ਇਹਨਾਂ ਦੇ ਜਿਹੜੇ ਆਉਣ ਵਾਲੇ ਦਿਨਾਂ 'ਚ ਗੀਤ ਆਉਣੇ ਆ ਉਹ ਵੀ ਤੁਹਾਡੇ ਤੱਕ ਪਹੁੰਚਦੇ ਰਹਿਣੇ। ਤੇ ਜਿਹੜਾ ਗੀਤ ਰਿਲੀਜ਼ ਹੋਇਆ ਉਹਦੀ ਥੋੜੀ ਜਿਹੀ ਗੱਲ ਕਰੀਏ ਸਰ। ਬਿਲਕੁਲ ਜੀ, ਇਹ ਗੀਤ ਮੱਟ ਸਿਰੋਂ ਵਾਲੇ ਦਾ ਲਿਖਿਆ ਹੋਇਆ ਜੀ। ਉਹਨਾਂ ਨੇ ਜਦੋਂ ਸਾਨੂੰ ਇਹ ਗੱਲ ਸੁਣਾਈ ਹੈ ਨਾ, ਹਾਂਜੀ, ਤੇ ਮੈਂ ਕਿਹਾ ਵੀ ਵਾਕਈ ਬੰਦਾ ਹਨਾ, ਵੀ ਜਿਹੜਾ ਇਹ ਗਾਣਾ ਹੈਗਾ ਵੀ ਕਿਤੇ ਵੱਟ ਸਾਂਝੀ ਹੁੰਦੀ ਤੈਨੂੰ ਦੱਸ ਦੇਣਾ ਸੀ, ਹਨਾ, ਵੀ ਕਿਸੇ ਹੁਣ ਕਮਰਸ਼ੀਅਲ ਐਂਗਲ ਤੇ ਗੱਲ ਕਰਨੀ ਹੈ, ਕਮਰਸ਼ੀਅਲ ਐਂਗਲ ਤੇ ਗੱਲ ਕਰਦੇ ਹਾਂ, ਹਨਾ, ਵੀ ਪਿਆਰ ਮੁਹੱਬਤ ਦੀਆਂ ਇੰਨੀਆਂ ਕਹਾਣੀਆਂ ਚੱਲਦੀਆਂ, ਹਨਾ, ਲੋਕ ਮੁੰਡੇ ਕੁੜੀਆਂ ਦੇ ਮੂਹਰੇ ਕਈ ਕੁਛ ਝੂਠ ਮੂਠ ਬੋਲ ਕੇ ਡਰਾਮੇ ਕਰਦੇ, ਕੁੜੀਆਂ ਮੁੰਡਿਆਂ ਨਾਲ ਕਈ ਵੇਲੇ ਕਈ ਚੀਜ਼ਾਂ ਹੀ ਹੁੰਦੀਆਂ, ਚੱਲਦਾ ਹੀ ਆ। ਅੱਛਾ, ਉਹਦੇ ਵਿੱਚ ਇੱਕ ਇਹ ਚੀਜ਼ ਜ਼ਰੂਰ ਹੈਗੀ ਆ, ਮੈਂ ਕਿਹਾ ਵੀ ਜੇ ਕਿਤੇ ਇਹਨਾਂ ਦੇ ਨਾਲ ਵੱਟ ਵਾਲਾ ਮਸਲਾ ਬਣ ਜਾਵੇ ਨਾ, ਤੇ ਫੇਰ ਇਹ ਇਹਦੇ ਲਈ ਵੀ ਪਿੱਛੇ ਨਹੀਂ ਹਟਣਗੇ, ਹਨਾ, ਚਾਹੇ ਜੋ ਮਰਜ਼ੀ ਉਹਦੇ ਲਈ ਲੱਲੇ ਭੱਬੇ ਕਰਦੇ ਹੋਣ, ਹਨਾ। ਤੇ ਉਹੀ ਗੱਲ ਜਦੋਂ ਸਾਨੂੰ ਮੱਟ ਸਿਰੋਂ ਇਹਨੇ ਸੁਣਾਈ ਵੀ ਅਸੀਂ ਭੋਲੇ ਵੀ ਬੜੇ ਆ, ਜੱਟ ਭੈੜੇ ਵੀ ਬੜੇ ਆ, ਹਨਾ, ਜੇ ਅੜ ਜਾਵੇ ਸਿਰ ਤਾਂ ਕਹਿੰਦਾ ਕਬੈੜੇ ਵੀ ਬੜੇ ਆ, ਰੱਬ ਦੀ ਸਹੁੰ ਤੇਰੀ ਥਾਂ ਤੇ ਮਿਲਦਾ ਸ਼ਰੀਕ, ਸਹੁੰ ਰੱਬ ਦੀ ਨੀ ਪਾ ਕੜਮ ਹੱਸ ਦੇਣਾ ਸੀ, ਕਰ ਸ਼ੁਕਰ ਕਹਿੰਦਾ ਤੇਰੇ ਨਾਲ ਸਾਡਾ ਦਿਲ ਸਾਂਝਾ ਸੀ, ਜੇ ਕਿਤੇ ਵੱਟ ਸਾਂਝੀ ਹੁੰਦੀ ਤੈਨੂੰ ਦੱਸ ਦੇਣਾ ਸੀ। ਆਉਣ ਦੇ ਪਹਿਲਾਂ ਸੁਣਾਓ, ਬੋਲ ਜਰਾ ਦੁਬਾਰਾ ਇਹਨੂੰ ਗੁੰਗਣਾ ਕੇ ਸੁਣਾਓ ਜਰਾ। ਮੈਂ ਸੁਣਾਉਣਾ। ਹੋਇਆ ਸੀ ਭੋਲੇ ਵੀ ਬੜੇ ਆ, ਜੱਟ ਭੈੜੇ ਵੀ ਬੜੇ ਆ, ਉਹ ਜਦੋਂ ਅੜ ਜਾਵੇ ਸਿਰ ਤੱਕ ਕਬੈੜੇ ਵੀ ਬੜੇ ਆ, ਹੋਇਆ ਸੀ ਭੋਲੇ ਵੀ ਬੜੇ ਆ, ਜੱਟ ਭੈੜੇ ਵੀ ਬੜੇ ਆ, ਉਹ ਜਦੋਂ ਅੜ ਜਾਵੇ ਸਿਰ ਤੱਕ ਕਬੈੜੇ ਵੀ ਬੜੇ ਆ, ਤੇਰੀ ਥਾਂ ਦੇ ਉੱਤੇ ਜੇ ਕੋਈ ਮਿਲਦਾ ਸ਼ਰੀਕ, ਨੀ ਤੇਰੀ ਥਾਂ ਦੇ ਉੱਤੇ ਜੇ ਕੋਈ ਮਿਲਦਾ ਸ਼ਰੀਕ, ਉਹ ਰੱਬ ਦੀ ਨੀ ਤਾਕਤ ਮੱਸ ਦੇਣਾ ਸੀ, ਨੀ ਕਰ ਸ਼ੁਕਰ ਤੇਰੇ ਨਾਲ ਸਾਡਾ ਦਿਲ ਸਾਂਝਾ ਸੀ, ਜੇ ਕਿਤੇ ਵੱਟ ਸਾਂਝੀ ਹੁੰਦੀ ਤੈਨੂੰ ਦੱਸ ਦੇਣਾ ਸੀ, ਸ਼ੁਕਰ ਤੇਰੇ ਨਾਲ ਸਾਡਾ ਦਿਲ ਸਾਂਝਾ ਸੀ, ਜੇ ਕਿਤੇ ਵੱਟ ਸਾਂਝੀ ਹੁੰਦੀ ਤੈਨੂੰ ਦੱਸ ਦੇਣਾ ਸੀ। ਓ ਪਤਾ ਲੱਗ ਜਾਂਦਾ ਤੈਨੂੰ ਸਾਡੀ ਲਾਗ ਡਾਟਦਾ, ਜਾਂ ਤੇਰਾ ਸਿਰ ਪਾਟਦਾ, ਜਾਂ ਸਾਡਾ ਸਿਰ ਪਾਟਦਾ, ਹੋ ਪਤਾ ਲੱਗ ਜਾਂਦਾ ਤੈਨੂੰ ਸਾਡੀ ਲਾਗ ਡਾਟਦਾ, ਜਾਂ ਤੇਰਾ ਸਿਰ ਪਾਟਦਾ, ਜਾਂ ਸਾਡਾ ਸਿਰ ਪਾਟਦਾ, ਹੋ ਕੁੜੀ ਸੀ ਤੂੰ ਤਾਂ ਹੀ ਤੇ ਬੱਚਾ ਤੇਰਾ ਹੋਇਆ, ਕੁੜੀ ਸੀ ਤੂੰ ਤਾਂ ਹੀ ਤੇ ਬਚਾ ਤੇਰਾ ਹੋਇਆ, ਨਹੀਂ ਤਾਂ ਦਿਲ ਵਿੱਚੋਂ ਕੱਢ ਤੇਰੇ ਸ਼ੱਕ ਦੇਣਾ ਸੀ, ਨੀ ਕਰ ਸ਼ੁਕਰ ਤੇਰੇ ਨਾਲ ਸਾਡਾ ਦਿਲ ਸਾਂਝਾ ਸੀ, ਜੇ ਕਿਤੇ ਵੱਟ ਸਾਂਝੀ ਹੁੰਦੀ ਤੈਨੂੰ ਦੱਸ ਦੇਣਾ ਸੀ, ਸ਼ੁਕਰ ਤੇਰੇ ਨਾਲ ਸਾਡਾ ਦਿਲ ਸਾਂਝਾ ਸੀ, ਜੇ ਕਿਤੇ ਵੱਟ ਸਾਂਝੀ ਹੁੰਦੀ ਤੈਨੂੰ ਦੱਸ ਦੇਣਾ ਸੀ। ਓ ਸਿੱਧੀਆਂ ਧਮਕੀਆਂ, ਰਾਈਟ। ਬਿਲਕੁਲ ਜੀ, ਗੱਲ ਚੱਲਦੀ ਆ ਉਹੀ ਕਿਸਾਨੀ ਵਾਲੀ, ਕਹਿੰਦਾ ਜੇ ਜੱਟ ਭੇਲੀ ਦੇ ਦੇਵੇ ਪਰ ਗੰਨਾ ਨਹੀਂ ਦਿੰਦਾ, ਵੱਟ ਨਹੀਂ ਅਸੀਂ ਕਦੇ ਕਿਸੇ ਨੂੰ ਆਪਣੀ ਦੇ ਸਕਦੇ। ਸੋ ਦੋਸਤੋ, ਇਹ ਗੀਤ ਤੁਹਾਨੂੰ ਸੁਣਾਉਣਾ ਵੀ ਆ ਮੈਂ, ਤੇ ਨਾਲ ਹੁਣ ਇਜਾਜ਼ਤ ਲੈ ਲੈਣੀ ਹੈ ਗੁਰਪ੍ਰੀਤ ਵੀਰੇ ਤੋਂ, ਤੇ ਉਧਰੋਂ ਸਾਡਾ ਹੁਣ ਸਟੇਸ਼ਨ ID ਦਾ ਵੀ ਸਮਾਂ ਹੋ ਗਿਆ। ਗੁਰਪ੍ਰੀਤ ਭਾਈ ਬਹੁਤ ਮਿਹਰਬਾਨੀ ਮੇਰਾ ਭਰਾ, ਥੈਂਕ ਯੂ ਸੋ ਮਚ, ਤੇ ਤੁਹਾਨੂੰ ਇੱਕ ਵਾਰ ਫਿਰ ਬੈਸਟ ਵਿਸ਼ੇਸ। ਗੱਲਬਾਤ ਕਰਦੇ ਆ, ਕੋਈ ਅਲਫਾਜ਼ ਕੋਈ ਗੱਲ ਮੂੰਹ ਚੋਂ ਗਲਤ ਨਿਕਲ ਗਈ ਹੋਵੇ ਉਹਦੇ ਲਈ ਮਾਫੀ ਚਾਹੁੰਦੇ ਆ, ਕਿਉਂਕਿ ਅਸੀਂ ਕੋਈ ਬਹੁਤੇ ਵੱਡੇ ਗੁਣੀ ਗਿਆਨੀ ਨਹੀਂ ਹੈਗੇ, ਤੇ ਕਈ ਵੇਲੇ ਕੁਛ ਮਾੜਾ ਮੋਟਾ ਲਫ਼ਜ਼ ਇੱਧਰ ਉੱਧਰ ਵੀ ਹੋ ਜਾਂਦਾ, ਉਹ ਲਈ ਮਾਫੀ ਚਾਹੁੰਦਾ ਜੀ। ਤੇ ਹਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਵੀਰੇ, ਬਹੁਤ ਮਿਹਰਬਾਨੀ ਮੇਰਾ ਵੀਰੇ, ਥੈਂਕ ਯੂ ਸੋ ਮਚ ਜੀ। ਸੋ ਦੋਸਤੋ, ਗੁਰਪ੍ਰੀਤ ਮਾਨ ਦਾ ਇਹ ਨਵਾਂ ਗੀਤ ਇਹਨਾਂ ਦੇ YouTube ਚੈਨਲ ਤੇ ਜਾ ਕੇ ਜ਼ਰੂਰ ਸੁਣਿਓ, ਤੇ ਇਹਨਾਂ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਦਿਲ ਵਰਸਸ ਵੱਟ। ਆਜੋ ਸੁਣਦੇ ਆ। ਸ਼ੁਕਰ ਤੇਰੇ ਨਾਲ ਸਾਡਾ ਦਿਲ ਸਾਂਝਾ ਸੀ, ਜੇ ਕਿਤੇ ਵੱਟ ਸਾਂਝੀ ਹੁੰਦੀ ਤੈਨੂੰ ਦੱਸ ਦੇਣਾ ਸੀ।